ਸਮਰੀ ਹੋਵੈ। ਭੇਟ ਸੰਗ ਸਾਧ ਸੰਤਨ ਕੈ ਸਦਾ ਜਪੋ ਦਇਆਲਾ ਜੀਓ। ਪ੍ਰਭ ਆਪਣਾ ਸਾਸ ਸਾਸ ਸਵਾਰੋ ਇਹ ਮਤ ਗੁਰ ਪ੍ਰਸਾਦ ਨਰ ਧਾਰੋ। ਤੁਮਰੀ ਕਿਰਪਾ ਤੇ ਹੋਏ ਪ੍ਰਗਾਸਾ ਸਰਬ ਮੈਂ ਅੰਮ੍ਰਿਤ ਪਾਲਾ ਜੀਓ। ਸਤ 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 ਪ੍ਰਭ ਸੋਈ ਸਦਾ ਸਦਾ ਸਦ ਆਪੇ ਹੋਈ। ਚਲਤ ਤੁਮਾਰੇ ਪ੍ਰਗਟ ਪਿਆਰੇ ਦੇਖ ਨਾਨਕ ਪੈ ਨਿਹਾਲਾ ਜੀਓ। ਮਾਝ ਮਹੱਲਾ ਪੰਜਵਾ। ਹੁਕਮੀ ਵਰਸਨ ਲਾਗੇ ਮੇਹਾ ਸਾਜਨ ਸੰਤ ਮਿਲ ਨਾਮ ਜਪਿਆ। ਸੀਤਲ ਸ਼ਾਂਤ ਸਹਿਜ ਸੁਖ ਪਾਇਆ ਆਂਡ ਪਾਈ ਪ੍ਰਭ ਆਪੇ ਜੀਓ। ਸਭ ਕਿਛ ਬਹੁਤ ਬਹੁਤ ਪਾਇਆ ਤਦ ਕਿਰਪਾ ਪ੍ਰਭ ਸਗਲ ਰਜਾਇਆ। ਦਾਤ ਕਰੋ ਮੇਰੇ ਦਾਤਾਰਾ ਜੀ ਜੰਤ ਸਭ ਤ੍ਰਪਤੇ ਜੀਓ। ਸੱਚਾ ਸਾਹਿਬ ਸੱਚੀ ਨਾਈ ਗੁਰ ਪ੍ਰਸਾਦ ਤੇ ਸਦਾ ਧਿਆਈ। ਜਨਮ ਮਰਨ ਪੈ ਕਾਟੇ ਮੋਹਾ ਵੈਸੇ ਸੋਗ ਸੰਤਾਪੇ ਜੀਓ। ਸਾਸ ਸਾਸ ਨਾਨਕ ਸਾਲਾਰੇ ਸਿਮਰਤ ਨਾਮ ਕਾਟੇ ਸਭ ਭਾਰੇ। ਪੂਰਨ ਆਸ ਕਰੀ ਖਿਨ ਪੀਤਰ ਹਰ 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 ਗੁਣ ਜਾਪੇ ਜੀਓ। ਮਾਝ ਮਹੱਲਾ ਪੰਜਵਾ। ਆਓ ਸਾਜਨ ਸੰਤ ਮੀਤ ਪਿਆਰੇ ਮਿਲ ਗਾਵੇ ਗੁਣ ਅਗਮ ਪਾਰੇ। ਗਾਵਤ ਸੁਣਤ ਸਭੇ ਹੀ ਮੁਕਤੇ ਸੋ ਧਿਆਈਐ ਜਿਨ ਹਮ ਕੀਏ ਜੀਓ। ਜਨਮ ਜਨਮ ਕੇ ਗਿਲ ਮਿਟ ਜਾਵੇ ਮਨ ਚਿੰਦੇ ਸੇਈ ਫਲ ਪਾਵੇ। ਸਿਮਰ ਸਾਹਿਬ ਸੋ ਸਚ ਸੁਆਮੀ ਰਿਜਕ ਸਭ ਸੁਖੋ ਦੀਏ ਜੀਓ। ਨਾਮ ਜਪਤ ਸਰਬ ਸੁਖ ਪਾਈਐ ਸਭ ਕੋ ਬਿਨਸੈ ਹਰ ਹਰ ਧਿਆਈਐ। ਜਿਨ ਸੇਵਿਆ ਸੋ ਪਾਰ ਬਿਰੰਗ ਕਾਰਜ ਸਗਲ ਕੀਏ ਜੀਓ। ਆਈ ਭਇਆ ਤੇਰੀ ਸਰਨਾਈ ਜਿਉ ਭਾਵੈ ਤਿਉ ਲਹੈ ਮਿਲਾਈ। ਕਰ ਕਿਰਪਾ ਪ੍ਰਭ ਭਗਤੀ ਲਾਓ ਸਚ ਨਾਨਕ ਅੰਮ੍ਰਿਤ ਪੀਏ ਜੀਓ। ਮਾਝ ਮਹੱਲਾ ਪੰਜਵਾ। ਭਏ ਕਿਰਪਾਲ ਗੋਵਿੰਦ ਗੁਸਾਈ ਮੇਘ ਵਰਸੈ ਸਭਨੀ ਥਾਈ। ਦੀਨ ਦਇਆਲ ਸਦਾ ਕਿਰਪਾਲਾ ਆਣ ਪਈ ਕਰਤਾਰੇ ਜੀਓ। ਆਪਣੇ ਜੀ ਜੰਤ ਬ੍ਰਤ ਕਾਰੇ ਜਿਉ ਬਾਰਕ ਮਾਤਾ ਸੰਵਾਰੇ। ਦੁਖ ਭੰਜਨ ਸੁਖ ਸਾਗਰ ਸੁਆਮੀ ਵੇਦ ਸਗਲ ਆਹਾਰੇ ਜੀਓ। ਜਲ ਥਲ ਪੂਰ ਰਹਿਆ ਮਿਹਰਬਾਨਾ ਸਦ ਬਲਿਹਾਰ ਜਾਈਐ ਕੁਰਬਾਨਾ। ਰਹਿਣ ਦਿਨਸ ਤਿਸ ਸਦਾ ਧਿਆਈ ਜੇ ਕਿਨ ਮੈਂ ਸਗਲ ਉਦਾਰੇ ਜੀਓ। ਰਾਖ ਲੀਏ ਸਗਲੇ ਪ੍ਰਭ ਆਪੇ ਉਤਰ ਗਏ ਸਭ ਸੋਗ ਸੰਤਾਪੇ। ਨਾਮ ਜਪਤ ਮਨ ਤਨ ਹਰਿਆਵ ਪ੍ਰਭ ਨਾਨਕ ਨਦਰ ਨਿਹਾਰੇ ਜੀ। ਮਾਝ ਮਹੱਲਾ ਪੰਜਵਾ। ਜਿਥੈ ਨਾਮ ਜਪੀਐ ਪ੍ਰਭ ਪਿਆਰੇ ਸੇ ਅਸਲ ਸੋਇਨ ਚੋਬਾ
जिथे नाम न जपिए मेरे गोविंदा सही नगर उजाड़ी दियो हर दुखी रोटी खाई संभाले हर अंतर बाहर नजर निकाले खाए खाए करे बर फैली जान विसु की वारी जियो संता से ती रंग न लाए साकुट संग विकर्म तुम्हारे दुलाप दे कोई अज्ञानी जड़ अपनी आप उपाड़ी जियो तेरी शरण मेरे दीन दयाला सुख सागर मेरे गुरु गोपाल कर कृपा नानक गुण गावे रघु शर्म साड़ी दियो बड़ा तेरा दरबार सच्चा तुम तख्त सिर श्यामा पातशाह नित चौर शत वाहिगुरू जी का
बंदे के मत को सब जाने कितक ग्राम के वर सिख होए दर्शन पदे बुलावे सोए। वाहिगुरु जी का वाहिगुरु जी की फतेह। जुगो जुग अटल जवर सतर तख्त के मालिक आदि श्री गुरु गरीब कुमार साहब जी महाराज नामी पाक पवित्र गोदी गुरुदार गुरुकार गुरुद्वारा श्री बाली साहब जी के दर्शन दीदार कर रही संत जी आप संतान भागे हो जिन्हों ने संध्या के जवानों नतमस्तक होना किया है। गुरु पातशाह महाराज जी की रहमत है, गुरु साहब जी की दया है, क्योंकि गुरु की दया के रहमत को बिना गुरु साहब के दर्शन नहीं हुए। जिस तरह भाई गुरदास जी ने फरमान में बाबे नानक की बात ना बड़े सुंदर वचन कह कि बाबे पहला पाया बख्शदान पिछों दे प्रकाल हवाई रेत अख आहार कर डोरा की गुर करी विछाई भारी करी तपस्या बड़े भाग हर सो बन आई। बाबा महता सचखंड नाम नाम रीति पाई। बाबे नानक ने भी ये गल कही है कि मेरे करतार की बख्शिश है मेरे से, क्योंकि जिसे से बख्शिश नहीं कोई चौंकड़ा नहीं मार सकता, वो मैं नहीं सकता संगत में। गुरु नानक साहब महाराज जी ने बचपन भाई साहब के तां लिखे कि महाराज जी ने सानू भी करतार ने आसरा दिता। मारे आई सिक्का जगत विच नानक निर्मल पंथ चलाया। बाबा जी ने रस्ता पंथ के अर्थ है रस्ता, वो रस्ता गुरु नानक साहब ने सानू दिता जिहड़ा निर्मल है, मैल तो हरे महाराज जी कहते जिहड़ा सोहना सुनखा बंदा होए, कपड़े सोहने होण, रंग रूप सोहना होए, घर बार सोहना होए ते ਉਹਨੂੰ रिश्ता भी मिंट च हो जाता है। क्योंकि ਆਪਾਂ ਕਹਿੰਦੇ ਵਿਚੋਲੇ ਨੂੰ कि ਇਹਦੇ ਸਾਰੇ ਗੁਣ ਪੂਰੇ ਸੁਨੱਖਾ ਵੀ है, ਇਹਦੀ ਜੇਬ भी भारी है ਤੇ घर ਬੂਹਾ भी ਬਣਿਆ, ਹੋਰ ਕੀ ਅੰਨਾ ਕੀ ਭਾਲੇ ਮਨੁੱਖ। ਇਹ ਦੁਨਿਆਵੀ ਗੱਲ है ਕਰਮਾਂ ਵਾਲਿਓ। इन्हें जे दुनिया का रिश्ता पूरे गुण होने से ताम प्रवान होता है। इनके भलिया इदा ही तेरे विच गुण होने से गुरु नानक तू प्रवान होना।
ਜਿਹਨੂੰ ਮਹਾਰਾਜ ਜਪਜੀ ਸਾਹਿਬ ਦੇ ਵਿੱਚ ਕਹਿੰਦੇ ਸੁਣਿਆ ਮੰਨਿਆ ਬਾਣੀ ਪੜਿਆ ਸੁਣਾ ਇਹਦੇ ਤੋਂ ਸੁਣਿਆ ਜਦੋਂ ਸੁਣਾਂਗੇ ਸੁਣਨਾ ਇਹ ਅੱਜ ਬੰਗਾ ਸਿੱਖੀ ਸੀ ਸੁਣਦਾ ਹੀ ਕੋਈ ਨਹੀਂ ਕੰਮ ਕਰਾ ਦਿੱਤਾ ਖੰਡ ਪਾਠ ਕਰਦਾ ਕਿਸੇ ਸੁਣਦਾ ਹੀ ਨਹੀਂ ਸੁਣਾਂਗੇ ਤੇ ਭਾਵਨਾ ਨੂੰ ਕਹਿੰਦੇ ਭਾਜੇਗਾ ਮਾਰੇ ਕਿਸੇ ਸੁਣਿਆ ਮਨ ਜਦੋਂ ਕਿਸੇ ਨੂੰ ਵੀ ਸੁਣੋਗੇ ਤਾਂ ਪੂਰੀ ਮੰਨਾਂਗੇ ਤੁਸੀਂ ਮੋਬਾਈਲ ਦੇ ਵਿੱਚ ਜੋ ਸੁਣਦੇ ਹੋ ਉਹਨੂੰ ਫੋਲੋ ਕਰੀ ਜਾਂਦੇ ਫੋਲੋ ਫੋਨ ਦੇ ਵਿੱਚ ਕੀ ਫੈਸ਼ਨ ਮਗੇਜ ਕੰਮ ਇਹ ਜਿੰਨੀ ਦੁਨੀਆ ਨੂੰ ਸੁਣਦੀ ਵੇਦੀ ਉਹਨੂੰ ਫੋਲੋ ਕਰ ਲੈਂਦੀ ਗੁਰੂ ਨਾਨਕ ਸਾਹਿਬ ਨੇ ਆਖਿਆ ਪੋਥੀਆਂ ਨੂੰ ਬੰਦ ਕਰੀ ਜਾਂਦੇ ਵੱਡੀਆਂ ਸਾਰੀਆਂ ਰੁਮਾਲੀਆਂ ਦੀਆਂ ਗੰਢਾਂ ਦੇ ਵਿੱਚ ਕਿਤੇ ਖੋਲ ਨਾ ਰਹੇ ਤੇ ਪਾਤਸ਼ਾਹ ਮਹਾਰਾਜ ਨੇ ਕਰਦੇ ਇਸ ਕਰਕੇ ਕਰਮਾਂ ਵਾਲਿਓ ਜਿਹੜੀ ਚੀਜ਼ ਨੂੰ ਸੁਣੀਏ ਉਹਨੂੰ ਮੰਨਣਾ ਸ਼ੁਰੂ ਕੀਤਾ ਜਾਂਦਾ ਹੈ ਜਿਹਨੂੰ ਮੰਨਣਾ ਸ਼ੁਰੂ ਹੋ ਜੇ ਉਹਦੇ ਨਾਲ ਪਿਆਰ ਹੋ ਜਾਂਦਾ ਸੁਣਿਆ ਤੁਸੀਂ ਬੋਲੋ ਸੁਣਿਆ ਮਨ ਕਹਿੰਦੇ ਕੀ ਉਹ ਅੰਤਰਗਤ ਇਹਦੇ ਤੇਰੇ ਅੰਦਰ ਹੀ ਤੀਰਥ ਬਣ ਜਾਣਾ ਇਹਨੂੰ ਨਹਾਉਣ ਦੀ ਲੋੜ ਨਹੀਂ ਤੀਰਥਾਂ ਦੀ ਬਾਬਾ ਅਮਰਦਾਸ ਜੀ 21 ਵਾਰੀ ਗੰਗਾ ਗਏ 21 ਵਾਰੀ ਸਾਲ ਬਾਅਦ ਜਾਂਦੇ ਸੀ 21 ਸਾਲ ਤੇ ਜਿੱਦਣ ਗੁਰੂ ਮਿਲ ਗਿਆ ਨਾ ਉਧਰ ਅੰਦਰ ਹੀ ਤੀਰਥ ਬਣ ਗਿਆ ਕੁਸਾਤਨਾ ਉਧਰ ਗੋਇੰਦਵਾਲ ਹੀ ਤੀਰਥ ਬਣਾ ਛੱਡਿਆ ਦਰਿਆਵੀ ਤੌਰ ਤੇ ਇੱਕ ਸਾਧੂ ਹੋਵੇ ਮਾਰੇ ਕਹਿੰਦੇ ਕਾਕੂ ਹੁੰਦਾ ਸਮੇਂ ਦੇ ਵਿੱਚ ਕਹਿੰਦੇ ਇਹਦਾ ਗੜਵਾ ਰੁੜ ਗਿਆ ਬੰਗਾ ਇਹਨੇ ਕਿਸੇ ਨੂੰ ਦਿੱਤਾ ਸੀ ਵੀ ਜਾਨ ਲੈ ਕੇ ਆਇਓ ਕੋਈ ਗੜਵਾ ਹੀ ਖਵਾ ਰਹੇ ਆ ਤੇ ਮੇਰੇ ਪਾਤਸ਼ਾਹਾਂ ਨੇ ਕਿਤੇ ਰੋਣਾ ਇਹਦੇ ਰੋਣ ਕਿਉਂ ਸੀ ਤੇਰਾ ਗੜਵਾ ਬੜਾ ਪਿਆਰਾ ਹੈ ਤੇ ਮੇਰੇ ਪਾਤਸ਼ਾਹ ਨੇ ਸਿੱਖ ਨੂੰ ਆਵਾਜ਼ ਮਾਰੀ ਇਹਨੇ ਜਾ ਸਿਖਾ ਸੰਗਤ ਨੂੰ ਪਰੇਸ਼ਾਨ ਕਰ ਲਿਆ ਹੈ ਕਿਆ ਬੋਲੀ ਜਿਹੜਾ ਗੜਵਾ ਲਿਆ ਦੇ ਆਪਣਾ ਸਤਨਾਮ ਵਾਹਿਗੁਰੂ ਵਾਹਿਗੁਰੂ ਪੰਡਤ ਲੋਕ ਦੂਰੋਂ ਹੀ ਸੁੱਟ ਦਿੰਦੇ ਸੀ ਕਸੀਰਾ ਜੁੱਤੀ ਵੀ ਦੂਰੋਂ ਹੀ ਇਹਦੇ ਨੂੰ ਹੱਥ ਲੱਗ ਗਿਆ ਤੇ ਸਾਡੇ ਹੱਥ ਜਿਹੜੇ ਫਿੱਟੇ ਜਾਣੇ ਤੇ ਪਰ ਇਹ ਨਹੀਂ ਪਤਾ ਵੀ ਜਿਸ ਬੰਦੇ ਦੀ ਜੁੱਤੀ ਤੇ ਰੁਪਈਆ ਵੀ ਹੱਥ ਧੋ ਕੇ ਗੰਗਾ ਤੇ ਚੱਲਣਾ ਤੇ ਫਿਰ ਵਰਤਦੇ ਸੀ ਇਹ ਨਹੀਂ ਪਤਾ ਕਿ ਗੰਗਾ ਤੇ ਰਹਿੰਦੀ ਉਹਦੇ ਕੋਲ ਤਾਂ ਹੀ ਉਹਨਾਂ ਨੇ ਆਪਣੇ ਖੱਪਰ ਦੇ ਵਿੱਚ ਝੂਠੇ ਚਿੱਤਰਾਂ ਦੇ ਚਮੜੇ ਵਾਲੇ ਭਾਂਡੇ ਦੇ ਵਿੱਚ ਪਿਆਰ ਪਾ ਕੇ ਗੰਗਾ ਤਾਂ ਉੱਥੇ ਹੀ ਬੁਲਾ ਲਈ ਇਹ ਖੇਡ ਹੁੰਦੀ ਹੈ ਜੀ ਔਰ ਨਿਰਮਲ ਬਾਹਰੋਂ ਨਿਰਮਲ ਸਤਿਗੁਰ ਦੇ ਕੂੜ ਕੀ ਸੋਏ ਮਨਸਾ ਜਨਮ ਰਤਨ ਜਿਨੀ ਭਲੇ ਸੇ ਕਹੇ ਨਾਨਕ ਜਿਨ ਮਨ ਨਿਰਮਲ ਸਦਾ ਰਹੇ ਮਾਰੇ ਕਹਿੰਦੇ ਜਿਨ੍ਹਾਂ ਦਾ ਮਨ ਨਿਰਮਲ ਹੋ ਗਿਆ ਨਾ ਉਹਨਾਂ ਵਿੱਚ ਤੇ ਰੱਬ ਦੇ ਵੀ ਕੋਈ ਫਰਕ ਨਹੀਂ ਹੁਣ ਸਾਡਾ ਮਨ ਹੀ ਤੇ ਨਿਰਮਲ ਨਹੀਂ ਬਾਬਾ ਕਬੀਰ ਸਾਹਿਬ ਜੀ ਕਹਿੰਦੇ ਕਬੀਰ ਮਨ ਮੰਗਿਆ ਨਹੀਂ ਕੇਸ ਮੁੰਡਾਏ ਹੁਣ ਅਨੰਦਪੁਰ ਚੱਲੇ ਆਪਾਂ
आनंदपुर जान तो पहला जिवें कल नूं राती जानी है ते आज कित्थे जाना वा लाई बुरे कुर्सी ते बह जाना तौलिया रख के मेरा गुस्सा ना माफी मांग के मैं शुरू करता तौलिया रख के उन्हें कहना कि ये चंगी तरह साफ कर तो बिना ब्याह भी नहीं जाना कहना नहीं फिर राती चली आनंदपुर जाना देखो साढ़े नाल मेरे तुरे बच्चे तेरे मैं मारे मारते मैं त्याग के होगा नहीं घाटी का मिल जाए करना पर सच सच ही है जेडे चले दर्शन सानू मिलणगे पर सही गल कही तो बाबा कबीर साहब कहते कबीर मन मुटिया नहीं इस मुंडाए गाए क्यों किश किया सो मन किया मुंडा कबीर साहब कहते गुनाह की ना तेरे मन के विकार है बीबियां भैन जाना है कुड़ियां ने जाना है मेरे वाल देखो कि सारा तेरे सच है और बीमारी क्यों रहती है कोई बोल के बोलता नहीं जाता सच ना मारे कोई मैं तो बाबा कहकर मान लेना कि चलो बचाव हो जाएगा आपके साथ क्यों बीमारी कोई ना मुझे मैं वो फैमिली पक्ष थोड़े भी और किसी ड्राउंडी थोड़ा चीज अजे मैं इतना नहीं कुछ शुरू कर दिया जो भोला बंदा है कैटवार कल पैसे खरीद कर अज संगत जुड़ी है इतिहास भी अपना शुरू करना है और ध्यान देना कई के मन में लगा हो जो वंड हुई सी ना देश की जो वंड हुई थी एक परिवार पाकिस्तान को इधर आया उस परिवार के नाल जो मां सी जो मां रस्ते से दान हो गई मां मर गई जिस पुत की मां सी ना वो लुधियाने जाके वस गया DMC हस्पताल के थोड़ा जा किलोमीटर दूर गुरु हरगोबिंद साहब नाम से नगर है उस बच्चे ने दिने रात कोई जाना तो प्यो ने कहना पुत इदा ना करया कर उन्हें कहना नहीं बापू मेरी मां ने मुझे बड़े परेशान किए तो मैं संस्कार नहीं कर सकिया क्योंकि जिदा देहात देश की मोदी बनाते कोई पता नहीं किधर गल जाना उदों भी इदा ही देश की कदर मचिया उधर ले उधर उजड़ गए इधर ले इधर उजड़ गए ये रस्ते मां मर गई तो दंगे होंगे मां का संस्कार नहीं होता उत्थे जाके कुड़िया पाली पठानी नहीं लोग बच्चे बुजुर्गों को ज्यादा पता भी लोग जुड़े सामने तो साथ संत जी वो बच्चे ने रोज सोची जाना फिर रोई जाना तेनों दियां धीआं आखो वाहिगुरू उन्हें यो ही कही होना कहना मेरी मां जो नवाउंदी होंदी सी ना दही दे नाल कि मेरे केसां नूं मल मल के दही नाल नहाउणा उनका बहुत शैम्पू वगैरह आ गया सूरदा अगर केस फिरन नहीं दीदे आखो वाहिगुरू अज मैनूं माफी दे दिओ आनंदपुर साहिब वाले का दिन है अज मैं सुनाउणा ही अज भावें गालां कढो कई उठ के जाए जांदे फिर हुंदा साडे वाली गल आ रही ये जाना कि कोई गल नहीं चाहिए हो पर सच सच ही है सच्चाई छुपती नहीं बनावट के असूलों से खुशबू आती नहीं कभी कागज के फूलों से तो उस वेले उन्हें कहना मेरी मां ने नहीं ना नवाना तो नाले कहना पुत्र मैं रवा ना रवा केस ना कटाई मैं रवा पुत्र केस ना मैं कहना सी मां कातों ना कटावा इंदी बाजियां वाले आनंदपुर वाले माही नीले ने शाह सवार गुरु गोबिंद सिंह का गिफ्ट है ये महाराज ने गुलदस्ता दिता सी पोते नूं छड्डी ना सिर भावें गवादी पर केस ना गवाई मेरी मां नूं इतना पालदी सी बापू मेरे को संस्कार नहीं होया जो चिंता करता रहा ਉਹਦੇ ਸਿਰ 'ਚ ਪੇਨ ਹੋਣੀ ਸ਼ੁਰੂ ਹੋ ਗਈ ਉਹ ਪੇਨ ਵੱਧਦੀ ਬਹੁਤ ਵੱਧ ਗਈ ਕਿ ਉਹਦਾ ਬਾਪੂ ਡਾਕਟਰ ਕੋਲ ਲੈ ਕੇ ਗਿਆ ਉਦੋਂ ਇੱਕੋ ਹੀ ਹਸਪਤਾਲ ਲੁਧਿਆਣੇ ਵਿੱਚ ਅੰਗਰੇਜ਼ਾਂ ਦਾ CMC ਉੱਥੇ ਜਿਹੜਾ ਡਾਕਟਰ ਸੀ ਉਹਦੇ ਜਦੋਂ ਚੈੱਕਅਪ ਕੀਤਾ ਕਿ ਇਹਦੀ ਸਕੈਨ ਕਰਨੀ ਪੈਣੀ ਧਿਆਨ ਨਾਲ ਸੁਣਿਓ ਬੜਾ ਪਿਆਰਾ ਵਿਸ਼ਾ ਜੀ ਅੱਜ ਬਾਪੂ ਗੁਰੂ ਗੋਬਿੰਦ ਸਿੰਘ ਦਾ ਟੰਕਾ ਵਜਣਾ ਹੈ ਇਹ ਅੱਗੇ ਸਮਾਂ ਜਿੱਦਾਂ ਵੀ ਹੋਇਆ ਘੜੀ ਵੀ ਚੱਲ ਰਹੀ ਆਪਣੀ ਤੇਜ਼ ਰਫ਼ਤਾਰ 20 ਮਿੰਟ ਆਪਣੇ ਨਿਕਲ ਚੁੱਕੇ ਆ ਉਸ ਵੇਲੇ ਕਹਿੰਦੇ ਵੀ ਡਾਕਟਰ ਸਾਹਿਬ ਨੇ ਉਸ ਸਕੈਨ ਕੀਤੀ ਨਾ ਉਹਦੇ ਦਿਮਾਗ ਵਿੱਚ ਸੌਲੀ ਆ
जवान धीआं संगते सारे परिवार बैठे अजकल घर घर की कंडीशन टेंशन वो बापू को आवाज मारी कहना बुजुर्गो मैं थोड़े बेटे को ना नहीं लिया जिम्मेवारी बड़ी तकड़ी है सिर का कम है कि ये दिमाग के सौली जो गरीब बंदा सुनता था उधर मर जाता वखरी गल खाना मेरे पातशाह मेरे घर वो बापू का दिल बड़ा सियाणिया ने कहा जो बड़े घरों चल जाते बंदे सोचता कुछ नहीं है जिन्ना चिर बड़े बैठे भावे कुछ ना करन बंदे शांति बड़ी होती है मां मरे थे बेटे वो किसी ने प्यो मरे घर उची बोलिया करो क्या बदे थोड़ा बच्चों को लिया करो किते सुन के थोड़ी इज्जत करन इन्होंने सच्चे बात है जी बच्चे चपेड़ा मारते हैं कल मां प्यो के मुंह से क्यों मारते पर उसी बात साढ़े कोल नहीं हो तुसीं उन्होंने मोबाइल देते बुलेट देते भी फिर 12 रुपये होते जे किसी को रब की गल सुनाना तो कहते बाबा जी साढ़े बच्चों की बेइज्जती ना कराया मैं क्या कहते ढंडे झूलते आपको सब तो साल सुन की बापू लोग सब हल ये भी हाल लेदा है आपकी ऑपरेशन करना है वो कहता भी इन्ने पैसे नहीं साढ़े को तीन धीआं जवान ने घर बुआ नहीं को लैना देना नहीं कितों बनावांगे उन्होंने थोड़ा जब तरस आया कोई चंगे लोग होंगे ने वो कहता भी मेरा मित्र है डॉक्टर गोरा दिल्ली के विच अंग्रेज ते मेरा प्रेम वो हैगा मैं चिट्ठी लिख देना है ਉਹਨੂੰ ਜਾ ਕੇ ਤੁਸੀਂ ਮਿਲ ਲਿਓ ਕਿ ਜਿੰਨੀ ਜੋਗਾ ਮੈਂ ਵੀ ਪੁਰਾਣਾ ਸਮਾਂ ਲੋਕੀ ਕਹਿੰਦੇ ਸੀ ਹੁਣ ਤੇ ਸੜਕ ਤੇ ਬੰਦਾ ਡਿੱਗ ਕੇ ਕੋਲੋਂ ਲੱਗੀ ਜਾਂਦੇ ਕੋਈ ਚੱਕਦਾ ਨਹੀਂ ਐਡਾ ਵਾਲਾ ਜ਼ਮਾਨਾ ਆ ਗਿਆ ਤੂੰ ਕਹਿੰਦਾ ਬਾਹਰ ਉਸ ਵੇਲੇ ਉਹ ਬਜ਼ੁਰਗ ਨੇ ਆਪਣੇ ਬੇਟੇ ਨੂੰ ਨਾਲ ਲਿਆ ਤੇ ਘਰ ਬੈਠੇ ਰੋਣ ਹਾਂਜੀ ਗਵਾਂਢੀ ਚੰਗੇ ਸੁਕਾਜ ਵਰਗੇ ਹੁੰਦੇ ਤੇ ਮੇਰੇ ਨਾਲ ਹੁੰਦੇ ਤੇ ਉਹਨਾਂ ਨੇ ਆਖਿਆ ਕਹਿੰਦੇ ਵੀ ਤੇਰੀਆਂ ਧੀਆਂ ਤੇ ਸਾਡੀਆਂ ਧੀਆਂ ਦੀ ਕੋਈ हाँ बोलिया कोई आज कहना फिर आज तो कहना भी चंगा हो इसका बेड़ा करके मैं खुश हूँ इन्ना बुरा करन लग पे असीं ना मारा भावे कुर्बाना पाइया भुलना भुलके बड़े निकले अंदर साडा मारा हो मैं कहना जिन्ना सिख सिख तो जायज करता उन्नी हिंदू नहीं करता मुसलमान नहीं करता जिन्ना असीं इदां दी बात करी किते आगे कमेटी वाले ये चिट्टे रंग की बंदी कहते नानक सरिया है ये दुमाला है कहते टकसाल वाला है ये गेरवे रंग की है कहते निर्मल दुनिया है सिखा के गुरु नानक के बच्चे सारे कल वंडा पाने ये पग्गा में हिसाब ला लेंगे बात करो एक पिता एक सके तू मेरा गुरहाई धर्मा वाली साथ समझी उन्होंने लोगों ने क्या तेरिया धीआं साड़ियाँ धीआं ने जा अपने बच्चे को लै जा इसका ऑपरेशन करा असीं बच्चों को शादा देवांगे हुण वो बजुर्ग अपने बच्चे का गुट पकड़िया ट्रेन से बैठा तो दिल्ली चले गया बाजा वाले ने दर्शन करने आप इतने बैठे हैं भावें आनंदपुर नहीं जाके इतने हो जाने होने ध्यान दे के सुनी जाए इतने होने होने उसमें भावें नहीं होनी पता उसमें जो आप मेला मेला के पकौड़े पकौड़े से पहाड़ियाँ वेखनियाँ गुरु थोड़ा वेख्या गया गुरु से इतने वास्ता एक बार पढ़ लो मन चल तोर चलिए आनंदपुर मन चल तोर चलिए आनंदपुर आनंद बंदे खोपड़ी जा खोपड़ी की चिंता भरिया टेंशना भरिया झोरे भरे आनंदपुर की केसगढ़ ना जिहदे सिर ते केस नहीं पागनी है नंद कितों आऊगा बोलो आ कई बड़ा गला करते हो इन्हें कितों चली करके भाया आनंदपुर जिले तो बेइज्जती कर दिंदे संगते डेस्टिनेशन वेखो बापू कौन है गुरु गोबिंद सिंह के आनंदपुर की चीज है कितने आनंद रखा इतने आनंद बंदे ने जे तो फ्रैश है नितनेम है गुरबाणी चलती तो चेहरा जगदा है जो ये कोड़े कुछ नहीं तो चेहरे से बात होगी
सिख का चेहरा खिलिया चाहिए मारे कहते धन 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 जाने आया जाने आवन का सुनाओ जन के संग चित आवे नाओ इहदे च इदां दा होवे तेरे कोल कोई डॉक्यूमेंट ले जे ते उहदे नाम ते मन लग या जिते किसी कोई डॉक्यूमेंट पईए ते निंदा चलण लग पैंदी है चुगलियां चलन लग पैंदियां नहीं तो ताश ते चलूगी ना नहीं तो ट्राली में बैठा वीडियो की कुड़ी कढ़ के चलिया आनंदपुर कहते लाना भरा भरा ਤੁਹਾਡਾ ਭਲਾ ਹੋ ਜੀ ਤੁਹਾਡਾ ਇਹ ਕਿਹੜਾ ਨੰਦ ਹੈ ਇਹ ਤੇ ਨੰਦ ਨਹੀਂ ਗੁਰੂ ਗੋਬਿੰਦ ਸਿੰਘ ਕਹਿੰਦੇ ਸੀ ਵੀ ਤੰਬਾਕੂ ਵਾਲੇ ਨਾਲ ਹੱਥ ਨਹੀਂ ਮਿਲਾਉਣਾ ਉਹਦੇ ਨਾਲ ਪਤੀ ਦੀ ਸਾਂਝੀ ਕਰਨੀ ਹੁੰਦੀ ਆਪਣੀ ਜੇਬਾਂ 'ਚ ਪਿਆ ਚੱਲੇ ਕਿੱਥੇ ਹੈ ਆਨੰਦਪੁਰ ਦੇ ਰੋ ਗਿਆ ਮਾਰੇ ਕੇ ਪਕੜਨਾ ਤੇ ਆਪਣੀ ਗੱਲ ਪੂਰੀ ਕਰਾਂਗੇ ਸੰਗਤਾਂ ਨੂੰ ਵੀ ਜਾਣਾ ਹੁੰਦਾ विशाल ਜਾਂਦਾ ਉਹਦੇ ਕਿਸੇ ਬੰਦੇ ਲਾ ਦੋ तो वो बापू अपने बच्चे का कोट फड़ के दिल्ली पहुंच गए उत्थे ਉਹਦੀ चिट्ठी विखाई तो डॉक्टर ने एडमिट कर लिया 7 दिन रखा 7 दिन दोवें चौपट हस्पताल बैठी है ते डॉक्टर आया रौन के उत्ते मंगलवार का दिन शाम का 5 बजे है डॉक्टर ने आके सिर ते हाथ फेरिया कहते हो सिखा ठीक ठाक है कहता जी ठीक होंदे ते आउंदे क्यों जो बंदा दुखी होए ना रोगी क्या भान है सब रोगी ਉਹਨੂੰ ਸਾਰੇ ਬਿਮਾਰ ਲੱਗਦੇ ਜਿਹੜੀ ਦਾਲ ਪੀ ਹੁੰਦੀ ਹੋਵੇ ਉਹਨੂੰ ਥੋੜਾ ਚੰਗਾ ਲੱਗਣਾ ਡਾਕਟਰ ਸਾਹਿਬ ਕਹਿੰਦੇ ਕੋਈ ਨਹੀਂ ਘਬਰਾ ਨਾ ਜਿਹੜਾ ਸੱਜਣ ਹੈ ਡੀਐਮਸੀ ਡਾਕਟਰ ਲੁਧਿਆਣੇ ਤੇ ਉਹਨਾਂ ਤੁਹਾਨੂੰ ਭੇਜਿਆ ਹੈ ਮੈਂ ਕਰੂੰ ਕੇਅਰ ਕੋਈ ਗੱਲ ਨਹੀਂ ਘਬਰਾਓ ਨਾ ਪੈਸੇ ਦੀ ਨਾ ਚਿੰਤਾ ਲਓ ਸਾਰੀਆਂ ਗੱਲਾਂ ਕਰਕੇ ਤੇ ਲਾਗੇ ਸਿਸਟਰ ਖਲੋਤੀ ਕਹਿੰਦੇ ਬੇਟਾ ਸਵੇਰੇ 8 ਵਜੇ ਆਪਰੇਸ਼ਨ ਆ ਤੇ ਤੁਸੀਂ ਇਦਾਂ ਕਰਿਓ 7 ਵਜੇ ਇਹਦੇ ਕੇਸ ਕੱਟ ਕੇ ਨਾ ਤੇ ਇਹਨੂੰ ਆਪਰੇਸ਼ਨ ਥੀਏਟਰ ਦੇ ਵਿੱਚ ਲੈ ਆਇਓ ਜਦੋਂ ਉਸ ਬੰਦੇ ਦੇ ਕੰਨਾਂ 'ਚ ਗੱਲ ਪਈ ਤੇ 7 ਵਜੇ ਦੇ ਨਾਲ ਹੀ ਠੀਕ ਨਿਕਲ ਗਈ ਜਦੋਂ ਡਾਕਟਰ ਦਾ ਕਹਿ ਕੇ ਚਲੇ ਗਿਆ ਸਵੇਰੇ 8 ਵਜੇ ਆਪਰੇਟ ਹੋਣਾ ਹੈ ਤੇ 7 ਵਜੇ ਦੇ ਕੇਸ ਕੱਟ ਕੇ ਪੂਰਾ ਸਿਰ ਤੇ ਇਹਨੂੰ ਉੱਥੇ ਆਪਰੇਟਰ ਤੇ ਲੈ ਆਏ ਉਹ ਰੋਣ ਲੱਗ ਪਿਆ ਮਾਨ ਸਿੰਘ ਦਾ ਨਾਂ ਹੈ ਕਿਉਂਕਿ ਅੱਜ ਤਾਂ ਗੁੱਸਾ ਕਰਦੇ ਵੀਰ ਕਿ ਇਤਿਹਾਸ ਪੜ੍ਹ ਕੇ ਦੇਖੋ ਬਾਬਾ ਫਤਿਹ ਸਿੰਘ ਪੰਜਾਂ ਕਿਸਾਨਾਂ ਦਾ ਹੈ ਇਹ ਸੂਬਾ ਸਰਹੰਦ ਕਿਲਾ ਪੁੱਤ ਤੇਰੀ ਚਰਨਾ ਕੋਈ ਜਾਤੀ ਦੁਸ਼ਮਣੀ ਨਹੀਂ ਮੈਨੂੰ ਤੇਰੀਆਂ ਨਿੱਕੀ ਕਾਦਰ ਤੇ ਕਲਗੀ ਬੜੀ ਸਿਖਾਉਂਦੀ ਹੈ ਤੇ ਪੁੱਤ ਤੁਸੀਂ ਨਿੱਕੇ ਜਿਹੇ ਅੱਗੇ ਮੈਂ ਤੁਹਾਨੂੰ ਸੋਹਣੀਆਂ ਲੜਕੀਆਂ ਨਾਲ ਵਿਆਹ ਕਰ ਦੂੰਗਾ ਡੋਲੇ ਦੇ ਨੂੰ ਇੰਨਾ ਉੱਨਾ ਬੜਾ ਪੈਸਾ ਆਊਗਾ ਪਰ ਤੁਸੀਂ ਪੁੱਤ ਆਹ ਕਲਗੀ ਤੇ ਪਾਰਟੀ ਨਹੀਂ ਸੁਣਦੇ ਹੋ ਤੇ ਬਾਬਾ ਫਤਿਹ ਸਿੰਘ ਨੇ ਪਤਾ ਕੀ ਆਖਿਆ ਕਹਿਣ ਲੱਗਾ ਸੱਜਣਾ ਇਹ ਕਲਗੀ ਤੇ ਪਾਰਟੀ ਜਿਹੜੀ ਸਾਡੇ ਬਾਪੂ ਦੀ ਹੈ ਬਾਪੂ ਦੀਆਂ ਦਿੱਤੀਆਂ ਚੀਜ਼ਾਂ ਪੁੱਤ ਨਹੀਂ ਸੁਣਦੇ ਹੁੰਦੇ ਕਿਉਂਕਿ ਬਾਪੂ ਦੀ ਚੀਜ਼ ਤੇ ਸਰਦਾਰੀ ਕਰੀਦੀ ਹੈ ਕਿਆਂ ਲਿਖਿਆ ਹੁੰਦਾ ਨਾ ਬਾਪੂ ਤੇਰੇ ਨਾਲ ਸਰਦਾਰੀ ਉਲਟ ਲੈ ਕੇ ਦਿੱਤਾ ਗੱਡੀ ਲੈ ਕੇ ਦਿੱਤੀ ਕੋਠੀ ਇੱਕ ਬਾਪੂ ਬਾਜਾਂ ਵਾਲੇ ਨੇ ਮੈਨੂੰ ਦਿੱਤਾ ਸੀ ਉਹ ਕਮਰੇ ਛੋਟੀ ਚੱਲੇ ਸਾਥੇ ਕੀ ਲੈ ਕੇ ਚੱਲੇ ਨਾਨਕਪੁਰ ਸਾਹਿਬ ਦੇ ਕੋ ਖੜੋਤਾ ਉਹ ਬਾਪੂ ਉਸ ਕੇਸਗੜ੍ਹ ਦੇ ਕਿਲੇ ਦੇ ਬਾਹਾਂ ਲੈ ਕੇ ਮੇਰੇ 4 ਪੁੱਤ ਚਲੇ ਗਿਆ ਟਰਾਲੀਆਂ ਭਰ ਕੇ ਆਉਂਦੇ ਕਿੰਨੇ ਪੁੱਤ ਤੇ ਜਦੋਂ ਟਰਾਲੀ ਚੋਂ ਨਿਕਲੇ ਉਹਨੇ ਕੀ ਕਹਿਣਾ ਇਹਨਾਂ ਦਾ ਉਹਨੇ ਕਹਿਣਾ ਕਿ ਸਾਰੇ ਨੂੰ ਪੰਨੇ ਆ ਇਹ ਤਾਂ ਮੇਲਾ ਵੇਖਣਾ ਹੈ ਜੋੜ ਮੇਲਾ ਨਹੀਂ ਮੇਲਾ ਤੂੰ ਕਹਿੰਦਾ ਭਾਵ ਉਹ ਬੰਦਾ ਰੋਂਦਾ ਲੱਗਿਆ ਜੀ ਉੱਚੀ ਉੱਚੀ ਰੋਂਦਾ ਹੋਇਆ ਕਹਿੰਦਾ ਮਾਂ ਕਿੱਥੇ ਹੈ ਜੀ ਮੇਰਾ ਗੁਰੂ ਗੋਬਿੰਦ ਸਿੰਘ ਮਾਂ ਬੋਲੋ ਕਿੱਥੇ ਆ ਮੇਰਾ ਮਾਂ ਕਿੱਥੇ ਆ ਮੇਰਾ ਮੈਂ 5 ਸਾਲਾਂ ਦਾ ਸੀ ਕੋਈ ਦਹੀਂ ਦੇ ਨਾਲ ਨਹਾ ਕੇ ਕਹਿੰਦੀ ਸੀ ਪੁੱਤ ਵੇ ਮੈਂ ਰਵਾਂ ਨਾ ਰਵਾਂ ਆਪਣੀ ਚੋਰ ਨਾ ਗਵਾਈ ਇਸ ਨਾ ਗਵਾਈ ਆਪਣੇ ਅੱਜ ਮਾਂ ਮੈਂ ਵੀ ਸੀ ਗਵਾਏ ਪਰ ਵਕਤ ਨੇ ਗਵਾਤੀ ਹੁਣ ਇਹਨਾਂ ਸਵੇਰੇ ਪ੍ਰੇਟ ਕਰਨਾ ਉਹ ਸਿਸਟਰ ਨੂੰ ਕਹਿ ਕੇ ਸਿਰ ਕੱਟ ਕੇ ਅੰਦਰ ਲੈ ਆਓ ਪ੍ਰੇਟ ਸਿਰ ਦਾ ਕਿੱਥੇ ਆ ਮਾਂ ਗੁਰੂ ਗੋਬਿੰਦ ਸਿੰਘ ਜਿਸ ਬੰਦੇ ਨੇ ਇਹ ਸਾਰੀ ਕਥਾ ਲਿਖੀ ਉਹ ਕਹਿੰਦਾ ਕਿ ਉਹ ਉੱਚੀ ਉੱਚੀ ਰੋਵੇ ਸਾਰੇ ਪਾਸੇ ਲੋਕੀ ਮੂੰਹ ਵੱਲੇ ਵੇਖਣ ਜਦੋਂ ਕਹਿੰਦਾ ਕਿੱਥੇ ਹੈ ਗੁਰੂ ਗੋਬਿੰਦ ਸਿੰਘ ਕਿੱਥੇ ਹੈ ਤਾਂ ਕਿ ਉਹ ਆਨੰਦਪੁਰ ਤੇ ਤੁਸੀਂ ਚੱਲੇ ਚਲੋ ਜਾਇਆ ਨਹੀਂ ਜਾਣਾ ਇੱਥੇ ਦਰਸ਼ਨ ਕਰ ਲਓ ਸੰਗਤ ਵਿੱਚ ਛੇਤੀ ਹੁੰਦੇ ਸਗੋਂ ਬਾਪੂ ਤੇ ਰਹਿੰਦੇ ਸੰਗਤ ਦੇ ਚਰਨਾਂ 'ਚ ਹੈ ਉਸ ਵੇਲੇ ਕਹਿੰਦੇ ਇੱਕ ਬਜ਼ੁਰਗ ਮਾਂ ਆਈ
ਉਹਨੇ ਉਸ ਭਾਈ ਮਾਨ ਸਿੰਘ ਨੂੰ ਰੋਂਦੇ ਹੋਏ ਨੂੰ ਆਪਣੀ ਜੱਫੀ ਚ ਲੈ ਕੇ ਤੇ ਸਿਰ ਤੇ ਹੱਥ ਰੱਖ ਕੇ ਨਾ ਕਹਿੰਦੀ ਪੁੱਤ ਕਾਹਤੋਂ ਰੋਂਦਾ ਇੱਥੇ ਹੀ ਆ ਗੁਰੂ ਗੋਬਿੰਦ ਸਿੰਘ, ਇੱਥੇ ਹੀ ਆ ਗੁਰੂ ਗੋਬਿੰਦ ਸਿੰਘ, ਡੋਲੀ ਦਾ ਨਹੀਂ ਹੁੰਦਾ। ਉਹਦੇ ਹੱਥਾਂ 'ਚ ਕੋਈ ਬਖਸ਼ਿਸ਼ ਸੀ, ਉਹਦੀ ਜ਼ੁਬਾਨ 'ਚ ਕੋਈ ਰਸ ਪਿਆ ਝਰਦਾ ਸੀ, ਉਹਦੇ ਹੌਸਲੇ ਵਿੱਚ ਕੋਈ ਆਵਾਜ਼ ਵੱਖਰੀ ਸੀ। ਤੇ ਭਾਈ ਸਾਹਿਬ ਕਹਿੰਦੇ ਮਾਂ ਤੂੰ ਕੌਣ ਹੈ, ਤੂੰ ਕੌਣ ਹੈ? ਕਹਿਣ ਲੱਗੀ ਬੇਟਾ ਮੈਂ ਤੇਰੀ ਮਾਂ ਵਰਗੀ ਹਾਂ। ਤੇ ਮਾਂ ਹੀ ਸਮਝ ਲਾ। ਕਹਿੰਦੇ ਫਿਰ ਵੀ ਤੂੰ ਕੌਣ ਹੈ? ਕਹਿੰਦੀ ਮੇਰਾ ਨਾਮ ਸੁਰਜੀਤ ਕੌਰ ਹੈ, ਮੈਂ ਇਸੇ ਹਸਪਤਾਲ ਦੇ ਵਿੱਚ ਨੌਕਰੀ ਕਰਦੀ ਹਾਂ। ਪਰ ਤੂੰ ਏਦਾਂ ਨਾ ਕਹਿ, ਰੋਣਾ ਨਹੀਂ ਮੇਰਾ ਪੁੱਤ, ਗੁਰੂ ਗੋਬਿੰਦ ਸਿੰਘ ਇੱਥੇ ਹੀ ਆ, ਇੱਥੇ ਹੀ ਆ। ਕਹਿੰਦੇ ਉਹਦਾ ਆਵਾਜ਼ ਮੱਠੀ ਹੋ ਗਈ, ਥੋੜੀ ਜਿਹੀ ਆਵਾਜ਼ ਧੀਰ ਚ ਲਿਆ ਉਹਨੇ, ਏਦਾਂ ਕਰਦਾ 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 ਸੌ ਗਿਆ। ਜਦੋਂ ਸੌ ਗਿਆ ਰਾਤ ਬਤੀਤ ਹੋਈ ਤੇ ਸਵੇਰੇ 7 ਵਜੇ ਉਹਦੇ ਕੇਸ ਕੱਟਣੇ ਆ ਤੇ ਆਪਰੇਸ਼ਨ ਦੇ ਵਿੱਚ ਲਿਜਾਣਾ ਹੈ। ਜਦੋਂ ਸਵੇਰੇ ਉਹੀ ਸਿਸਟਰ ਆਈ, ਉਹਦੇ ਮੋਢੇ ਤੇ ਹੱਥ ਮਾਰਿਆ, ਕਹਿੰਦੀ ਗੁਰਮੁਖ ਸਿੱਖਾ ਉੱਠ ਤਾਂ ਤੇਰੇ ਕੇਸ ਕੱਟੀਏ, ਤੇਰਾ ਆਪਰੇਸ਼ਨ ਹੋਣਾ ਹੈ। ਜਦੋਂ ਇੰਨੀ ਆਵਾਜ਼ ਕੰਨਾਂ ਦੇ ਨਾਲ ਸੁਣੀ, ਉਹਦੀ ਫਿਰ ਚੀਕ ਨਿਕਲੀ। ਜਦੋਂ ਚੀਕ ਨਿਕਲ ਕੇ ਯਕਦਮ ਉਹਨੇ ਨੇਤਰ ਖੋਲੇ ਤੇ ਕੀ ਵੇਖਿਆ, ਉਹਦੀਆਂ ਅੱਖਾਂ ਦੀ ਜੋਤ ਵਾਪਸ ਆ ਗਈ। ਕੰਨਾਂ ਵਾਲੇ ਉਹਨੇ ਰੌਲਾ ਪਾਉਣਾ ਸ਼ੁਰੂ ਕੀਤਾ, ਕਹਿੰਦੇ ਮੈਨੂੰ ਦਿਸਣ ਲੱਗ ਪਿਆ, ਮੈਨੂੰ ਦਿਸਣ ਲੱਗ ਪਿਆ। ਸਾਰੇ ਡਾਕਟਰ ਆਏ, ਉਹੀ ਡਾਕਟਰ ਆਇਆ ਜਿਹੜਾ ਰਾਤੀ ਗਿਆ ਸੀ। ਉਹਨੇ ਮੋਢੇ ਤੇ ਹੱਥ ਰੱਖਿਆ, ਬੇਟਾ ਤੂੰ ਡਰ ਗਿਆ, ਤੂੰ ਡਰ ਗਿਆ ਹੈ, ਤਾਂ ਕਰਕੇ ਤੈਨੂੰ ਏਦਾਂ ਮਹਿਸੂਸ ਹੋ ਰਿਹਾ ਹੈ। ਕੁਛ ਨਹੀਂ ਹੁੰਦਾ, ਆਪਰੇਸ਼ਨ ਸਹੀ ਹੋ ਗਈ ਤੇਰੇ ਸਿਰ ਦਾ। ਇਹਦਾ ਡਾਕਟਰ ਸਾਹਿਬ ਮੈਨੂੰ ਲੋੜ ਦੀ ਆਪਰੇਟ ਦੀ, ਮੈਨੂੰ ਦਿਸ ਰਿਹਾ ਹੈ। ਡਾਕਟਰ ਸਾਹਿਬ ਕਹਿੰਦੇ ਮੈਂ ਕਿਹੜੇ ਰੰਗ ਦੀ ਕਮੀਜ਼ ਪਾਈ ਹੈ? ਉਹਨੇ ਦੱਸੀ। ਪਰਦੇ ਕਿਹੜੇ ਰੰਗ ਦੇ? ਉਹਨੇ ਦੱਸੇ। ਫਿਰ ਉਹਨਾਂ ਨੂੰ ਪੁੱਛਿਆ ਕਿ ਜਿਹੜੇ ਮਰੀਜ਼ ਇਹਨਾਂ ਦੇ ਕਿਹੜੇ ਰੰਗ ਦੇ, ਸਾਰਾ ਕੁਝ ਦੱਸਿਆ। ਤੇ ਉਸ ਵੇਲੇ ਡਾਕਟਰਾਂ ਨੇ ਫਿਰ ਦੁਬਾਰਾ ਟੈਸਟ ਕੀਤੇ, ਸਾਰੇ ਟੈਸਟ ਕਲੀਅਰ ਆਏ। ਤੇ ਜਿਹੜਾ ਗੋਰਾ ਡਾਕਟਰ ਸੀ ਨਾ, ਉਹ ਹੱਸਦਾ ਹੋਇਆ ਆ ਕੇ ਭਾਈ ਸਾਹਿਬ ਨੂੰ ਕਹਿੰਦਾ ਗੋਡ ਦਾ ਕ੍ਰਿਸ਼ਮਾ ਹੋ ਗਿਆ। ਇਹਦੇ ਗੋਡ ਦਾ ਕ੍ਰਿਸ਼ਮਾ ਹੋ ਗਿਆ ਮੇਰੇ ਹਸਪਤਾਲ ਦੇ ਵਿੱਚ ਕਿ ਜਿਸ ਬੰਦੇ ਦੇ ਦਿਮਾਗ ਵਿੱਚ ਰਸੌਲੀ ਹੈ, ਅੱਜ 8 ਵਜੇ ਆਪਰੇਸ਼ਨ ਹੋਣਾ, ਉਹਦਾ ਜੂੜਾ ਕੱਟਣਾ ਹੈ, ਉਹਦੀਆਂ ਸਾਰੀਆਂ ਨਾੜੀਆਂ ਸਾਫ਼। ਬੜੇ ਖੁਸ਼ ਹੋਏ ਦੋਵੇਂ ਪਿਓ ਪੁੱਤਾਂ ਨੇ, ਸ਼ੁਕਰ ਕੀਤਾ। ਤੇ ਜਦੋਂ ਛੁੱਟੀ ਮਿਲੀ ਨਾ, ਕਹਿੰਦੇ ਡਾਕਟਰ ਸਾਹਿਬ ਜਿੰਨੇ ਕੁ ਪੈਸੇ ਹੈਗੇ ਲੈ ਲਓ। ਉਹ ਕਹਿੰਦਾ ਨਾ ਹੋਏ ਸੱਜਣਾ, ਉਹ ਤੁਹਾਡੇ ਕਰਕੇ ਤੇ ਮੇਰੇ ਹਸਪਤਾਲ ਨੂੰ ਭਾਗ ਲੱਗਿਆ, ਇੱਥੇ ਮੇਰਾ ਗੋਬਿੰਦ ਆਇਆ ਸਤਨਾਮ। ਅੱਜ 100 ਦੇ ਵਿੱਚੋਂ 35% ਗੋਰਿਆਂ ਦੇ ਸਿਰ ਤੇ ਦਮਾਲੇ ਕਿਉਂ ਹੈ? ਕਾਹਤੋਂ ਜੋੜੇ ਪਾਉਂਦੇ ਗੋਰੇ ਲੋਕ? ਕਾਹਤੋਂ ਗੁਰਬਾਣੀ ਪੜ੍ਹਦੇ ਹੋ? ਪੰਜਾਬ ਵਾਲਿਓ ਕਿਤੇ ਜਾਗਦੇ ਹੋ, ਕਿਤੇ ਭੋਲਾ ਭੋਲਾ ਪਕੌੜਿਆਂ ਦੇ ਨਾਲ ਜਲੇਬਾਂ ਨਾ ਬਣਾਈ ਚਲੋ, ਬਾਪੂ ਨੂੰ ਬਣਾ ਲਓ। ਕਿੱਥੇ ਬਚਦਾ ਮੇਰਾ ਸੱਚੇ ਪਾਤਸ਼ਾਹ? ਉਸ ਵੇਲੇ ਕਹਿਣ ਲੱਗੇ ਜਦੋਂ ਤੁਰੇ ਨਾ, ਤੇ ਉਹ ਭਾਈ ਮਾਨ ਸਿੰਘ ਕਹਿੰਦੇ ਆਪਣੇ ਬਾਪੂ ਨੂੰ ਕਿਤੇ ਰੁਕ ਜਾ, ਮੈਨੂੰ ਚੇਤਾ ਭੁੱਲ ਚੱਲਿਆ ਸੀ, ਮੈਂ ਆਪਣੀ ਮਾਂ ਨੂੰ ਤੇ ਮਿਲ ਜਾ, ਜਿਹਨੇ ਮੈਨੂੰ ਹੌਸਲਾ ਦਿੱਤਾ। ਹੁਣ ਉਹ ਵਾਪਸ ਗਿਆ। ਕਹਿੰਦੇ ਡਾਕਟਰ ਸਾਹਿਬ ਇੱਥੇ ਕੋਈ ਸੁਰਜੀਤ ਕੌਰ ਨਾਮ ਦੀ ਲੇਡੀ ਸੀ, ਡਾਕਟਰੀ ਕਰਦੀ, ਤੇ ਮਿਲਾਓ। ਉਸ ਡਾਕਟਰ ਨੇ ਪੂਰੀ ਲਿਸਟ ਹਸਪਤਾਲ ਦੇ ਮੁਲਾਜ਼ਮਾਂ ਦੀ ਕੱਢ ਕੇ ਲਿਆਂਦੀ। ਕਹਿੰਦੇ ਬੇਟਾ ਏਦਾਂ ਦੇ ਨਾਮ ਦੀ ਤੇ ਕੋਈ ਔਰਤ ਇੱਥੇ ਹੈ ਹੀ ਨਹੀਂ। ਉਹਦੇ ਨੇਤਰ ਭਰ ਕੇ ਤੇ ਉਹ ਡਾਕਟਰ ਜਿਹੜਾ ਗੋਰਾ ਸੀ, ਉਹਦੀਆਂ ਵੀ ਅੱਖਾਂ ਭਰੀਆਂ। ਕਹਿੰਦਾ ਸੱਜਣਾ ਉਹ ਕੋਈ ਔਰਤ ਨਹੀਂ ਸੀ, ਤੂੰ ਕੀ ਕਹਿੰਦਾ ਸੀ? ਮਾਂ ਕਿੱਥੇ ਹੈ ਮੇਰਾ ਗੁਰੂ ਗੋਬਿੰਦ ਸਿੰਘ? ਮਾਂ ਕਿੱਥੇ ਹੈ ਮੇਰਾ? ਤੇ ਗੁਰੂ ਗੋਬਿੰਦ ਸਿੰਘ ਦੇ ਬਚਨ ਦੁਕਾਲੰ ਪ੍ਰਨਾਸੀ ਦਇਆਲੰ ਸਰੂਪੇ ਸਦਾ ਅੰਕ ਸੰਗੇ ਤੇ ਅੰਕ ਕਹਿਣ ਲੱਗਾ ਸੱਜਣਾ ਉਹ ਮਾਂ ਜਿਹੜੀ ਸੁਰਜੀਤ ਕੌਰ ਉਹ ਕੋਈ ਹੋਰ ਨਹੀਂ, ਤੂੰ ਮਾਂ ਮਾਂ ਕਰਦਾ ਸੀ। ਗੋਬਿੰਦ ਤੂੰ ਪਹਿਲਾਂ ਮਾਂ ਦਾ ਨਾਮ ਲੈਂਦਾ ਸੀ। ਉਹ ਗੋਬਿੰਦ ਦੇ ਰੂਪ ਬਹੁਤ ਨੇ, ਏਕ ਹੈ ਅਨੇਕ ਹੈ, ਅਨੇਕ ਹੈ ਫਿਰ ਉਹਨੂੰ ਜਿੱਦਾਂ ਹੀ ਯਾਦ ਕਰ ਲੈ। ਉਹਨੂੰ ਪੰਡਿਤ ਸ਼ਿਵ ਦੱਤ ਨੇ ਰਾਮ ਕਹਿ ਕੇ ਯਾਦ ਕੀਤਾ ਤੇ ਰਾਮ ਬਣ ਕੇ ਆ ਗਿਆ।
ਉਹਨੂੰ ਰਾਣੀ ਮੈਣੀ ਨੇ ਪੁੱਤ ਕਹਿ ਕੇ ਯਾਦ ਕੀਤਾ ਤੇ ਪੁੱਤ ਬਣ ਕੇ ਆ ਗਿਆ ਸੀ। ਤੂੰ ਮਾਂ ਕਹਿ ਕੇ ਆਵਾਜ਼ ਮਾਰੀ ਤੇ ਮਾਂ ਬਣ ਕੇ ਆ ਗਿਆ ਹੀ। ਉਸ ਵਕਤ ਸਾਧ ਸੰਗਤ ਜੀ ਉਹਨੇ ਰੋ ਰੋ ਕੇ ਸ਼ੁਕਰਾਨਾ ਕੀਤਾ। ਹੁਣ ਪੜਿਓ ਮਨ ਚੱਲ ਤੁਰ ਚੱਲੀਏ ਆਨੰਦਪੁਰ ਨੂੰ, 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 ਜਿੱਥੇ ਵਸਦੇ ਨੇ ਵੇ ਪਰਵਾਰ, 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 ਜਿੱਥੇ ਵਸਦੇ ਨੇ ਪਰਵਾਰ, ਜਿੱਥੇ ਵਸਦੇ ਨੇ ਵੇ ਪਰਵਾਰ, ਜਿੱਥੇ ਵਸਦੇ ਨੇ ਪਰਵਾਰ। ਚੱਲ ਤੁਰ ਚੱਲੀਏ ਆਨੰਦਪੁਰ ਨੂੰ, ਚੱਲ ਚੱਲ ਤੁਰ ਚੱਲੀਏ ਆਨੰਦਪੁਰ ਨੂੰ, ਚੱਲ ਚੱਲ ਤੁਰ ਚੱਲੀਏ ਆਨੰਦਪੁਰ ਨੂੰ, ਚੱਲ ਚੱਲ ਤੁਰ ਚੱਲੀਏ ਆਨੰਦਪੁਰ ਨੂੰ, ਜਿੱਥੇ ਵਸਦੇ ਨੇ ਵੇ ਪਰਵਾਰ, ਜਿੱਥੇ ਵਸਦੇ ਨੇ ਵੇ ਪਰਵਾਰ, ਜਿੱਥੇ ਵਸਦੇ ਨੇ ਵੇ ਪਰਵਾਰ, ਜਿੱਥੇ ਵਸਦੇ ਨੇ ਵੇ ਪਰਵਾਰ। ਧਰਮਾਂ ਵਾਲੇ ਇਹਨੂੰ ਕਿਹੜੇ ਆਨੰਦ ਦੇਣਾ। ਇਹ ਘਟਨਾ 1947 ਤੋਂ ਬਾਅਦ ਦੀ ਹੈ ਤੇ ਜਿਹੜੀ ਕਥਾ ਚੱਲਣ ਰਹੀ ਹੈ ਨਾ ਲੜੀਵਾਰ, ਉਹ 1708 ਦੀ ਹੈ। ਜਦੋਂ ਮਹਾਰਾਜ ਸੱਚਖੰਡ ਬਿਆਨਾ ਕਰਨ ਤੋਂ ਬਾਅਦ ਇੱਕ ਲੱਕੜਾਂ ਚੁਗਣ ਵਾਲੇ ਨੂੰ ਮਿਲਦੇ ਆ, ਉਹਦੇ ਨਾਲ ਗੱਲਾਂ ਕਰਦੇ ਤੇ ਕੜਾਹ ਪ੍ਰਸਾਦ ਦਿੰਦੇ ਆ ਕਿ ਬੋਤਾ ਜਿਹੜੀ ਸੰਗਤ ਰੋਂਦੀ ਹੈ ਨਾ ਸਾਨੂੰ ਯਾਦ ਕਰਕੇ ਉਹਨਾਂ ਨੂੰ ਪ੍ਰਸਾਦ ਛਕਾਉਂਦੇ ਆ। ਉਦੋਂ ਬਾਅਦ ਵਿੱਚ ਇੱਕ ਭਗਵੇਂ ਕੱਪੜਿਆਂ ਵਾਲੇ ਸਾਧੂ ਨੂੰ ਮਿਲਦੇ ਆ। ਸਾਧੂ ਨੂੰ ਕਹਿੰਦੇ ਆ ਕਿ ਤੇਰਾ ਤੇ ਮੇਰਾ ਸੰਯੋਗ ਲਿਖਿਆ ਸੀ, ਆਪਾਂ ਦੋਵੇਂ ਮਿਲਣਾ ਸੀ ਪਰ ਤੂੰ ਲੇਟ ਹੋ ਗਿਆ, ਇਸ ਕਰਕੇ ਸਾਨੂੰ ਫਿਰ ਦੁਬਾਰਾ ਸੱਚਖੰਡ ਚੋਂ ਆਉਣਾ ਪਿਆ। ਦੋ ਘਟਨਾ। ਤੀਜੀ ਘਟਨਾ ਸਫਾਰੇ ਦੀ ਜੇਲ੍ਹ, ਜਿਹਦੇ ਵਿੱਚੋਂ ਰਾਜਾ ਬਾਲਾ ਰਾਓ ਤੇ ਰੁਸਤਮ ਰਾਓ ਜਿਨ੍ਹਾਂ ਦੀ ਕਥਾ ਆਪਾਂ ਕਰ ਚੁੱਕੇ ਹੈ। ਇੱਕ ਸਿੱਖ ਗੁਰਬਾਣੀ ਪੜ੍ਹਦਾ ਸੀ ਉਹਨਾਂ ਦੀ ਜੇਲ੍ਹ ਦੇ ਵਿੱਚ, ਤੇ ਉਹਨਾਂ ਨੇ ਪੁੱਛਿਆ ਕਹਿੰਦੇ ਸਿੱਖਾ ਤੂੰ ਸਾਰੀ ਰਾਤ ਨਹੀਂ ਸੌਂਦਾ, ਇੰਨਾ ਪਿਆਰ ਕਰਦਾ ਹੈ, ਕੋਈ ਚੀਜ਼ ਹੈ ਕੀ ਹੈ। ਇੱਕ ਆਪਾਂ ਅਖੰਡ ਪਾਠ ਸਾਹਿਬ ਲਿਖਾਇਆ 9 ਵਜੇ ਸਾਰਾ ਟੱਬਰ ਸੁੱਤਾ ਪ੍ਰਸਾਦ ਅਖੰਡ ਪਾਠ ਚੱਲਣ ਦਿਆ ਘਰ ਤੇ 9 ਵਜੇ ਸਾਰੇ ਸੌਂ ਗਏ। ਸਵੇਰੇ ਉੱਠੇ ਕਿੰਨੇ ਵਜੇ 7 ਵਜੇ ਰਜਾਈਆਂ ਚ ਬ੍ਰੈਸ਼ ਮੰਗਦੇ ਫਿਰਦੇ ਹੈ। ਕਿਤੇ ਹੈ ਕਿ ਸਾਡੇ ਘਰ ਮਾਲਕ ਆਇਆ, ਜਿਹਦੇ ਘਰ ਕੈਨੇਡਾ ਅਮਰੀਕਾ ਤੋਂ ਪ੍ਰਾਹੁਣੇ ਆਏ ਉਹਨਾਂ ਨੂੰ ਸਾਰੀ ਰਾਤ ਸੌਂਦਾ। ਕਹਿੰਦਾ ਰਾਤ ਨੂੰ 12 ਵਜੇ ਦੀ ਗੱਲਾਂ ਕਰਦੇ, ਸਵੇਰੇ 3 ਵਜੇ ਉੱਠ ਕੇ ਕਹਿੰਦਾ ਮੈਂ ਪਨੀਰ ਬਣਾਉਣਾ, ਚੌਲ ਬਣਾਉਣੇ, ਕੜੀ ਬਣਾਉਣੀ। ਇੱਕ ਬੰਦੇ ਨੂੰ ਇੰਨਾ ਪਿਆਰ ਤੇ ਗੁਰੂ ਸਾਹਿਬ ਨੂੰ ਬਿਲਕੁਲ ਹੀ ਕੋਲੇ ਨਹੀਂ ਬੈਠਾ, ਕਦੇ ਚੌਲ ਸਾਹਿਬ ਕੀਤਾ ਹੀ ਕਦੇ। ਗੁਰੂ ਗ੍ਰੰਥ ਸਾਹਿਬ ਦਾ ਭਾਈ ਬੈਠਾ ਨੇ ਕਿਹਾ ਸੱਜਣਾ ਆਹ ਲਿਖੀ ਬਾਣੀ ਅੱਜ ਖਤਮ ਹੋ ਗਿਆ ਸਭ। ਮੈਨੂੰ ਅਜੇ ਯਾਦ ਹੈ ਬੈਠੀ ਕਲਾਸ ਪੜ੍ਹਦਾ ਸੀ, ਮੈਂ ਨਵਾਂ ਹੀ ਲੱਗਾ ਸਿੱਖਣ ਤੇ ਕਬੀਰ ਸਾਹਿਬ ਦੇ ਸ਼ਲੋਕ ਪੜ੍ਹਾਂ ਤੇ ਮੈਂ ਪੜ੍ਹਦਾ ਸੀ। ਇੱਕ ਬਜ਼ੁਰਗ ਆਇਆ, ਉਸ ਵਕਤ ਉਹਨੇ 100 ਰੁਪਈਆ ਕੱਢਿਆ ਤੇ ਮੇਰੇ ਪਾਠ ਕਰਦੇ ਦੀ ਜੇਬ ਚ ਪਾ ਦਿੱਤਾ ਤੇ ਨਾਲੇ ਇਹਨਾਂ ਲੱਕ ਦੇ ਪਿੱਛੇ ਥਾਪੀ ਦੇ ਕੇ ਤੇ ਚਲੇ ਗਿਆ। ਪਤਾ ਨਹੀਂ ਕੌਣ ਹੈ, ਅੱਜ ਕੌਣ ਪੁੱਛਦੇ। ਅੱਜ ਤਾਂ ਵਿਚਾਰਾ ਗ੍ਰੰਥੀ ਮੰਗਤਾ ਏ, ਐਸੇ ਅਰਦਾਸ ਕਰਦਾ 400 ਜਨਮ ਤੋਤਾ ਨਛੱਤਰ ਪਾ ਕੇ ਤੇ ਸਿਰ ਮੰਗੇ। ਜੋ ਵਿਚਾਰਾ ਅਰਦਾਸ ਕਰਦਾ ਇੱਕ ਵਾਰ ਮੇਰੇ ਨਾਲ ਹੀ ਬੈਠੇ ਪਹਿਲੇ ਜਿਨ੍ਹਾਂ ਦੇ ਜੋੜੇ ਲੈਂਦੇ ਲਾ ਲਓ। ਇੱਕ ਉਤਰਾ ਜਿਹਾ ਬੋਲਿਆ ਕਰੇ ਬੀਬੀ ਤੁਸੀਂ ਬਾਤ ਕਰੋ ਬਾਬਾ, ਜਿੰਨੇ ਚਿਰ ਨੂੰ ਜੋੜੇ ਲਾਉਣੇ ਉਹਨੇ ਚਿਰ ਨੂੰ ਤੇ ਵੈਗਰੂ ਵੈਗਰੂ ਹੋ ਜਾਣਾ। ਮੈਂ ਕਿਹਾ ਇਹਨੂੰ ਕੀਤਾ ਅਰਦਾਸ ਇਹ ਤਾਂ ਚਾਹੀਦਾ ਸਾਡੇ ਸਿੰਘ ਸਾਹਿਬ ਨੂੰ ਵੀ ਇਹ ਫੈਸਲੇ ਦੀ ਅਰਦਾਸ ਬੰਦ ਕਰ ਦੇਣੀ ਚਾਹੀਦੀ। ਸਭ ਤੋਂ ਵੱਡੀ ਬੇਅਦਬੀ ਹੁੰਦੀ ਹੈ ਉੱਥੇ, ਕਿਉਂਕਿ ਅਰਦਾਸ ਜਦੋਂ ਬਣੀ ਹੈ ਨਾ ਪਤਾ ਨਹੀਂ ਕਿੰਨੇ ਸਿਰ ਲੱਗੇ। ਪੁੱਛੋ ਭਾਈ ਦਰਸ਼ਨ ਸਿੰਘ ਨੂੰ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਨੂੰ ਜਪੀ ਪਾਈ ਸਾਰੀ ਛਾਤੀ ਬੋਲ ਕੇ ਬਣਾਉਣੀ।
ਪੁੱਛੋ ਭਾਈ ਕਾਲੂ ਸਿੰਘ ਨੂੰ ਖੋਪਰੀ ਦੇ ਇੱਥੇ ਰੱਖ ਕੇ ਨਾ ਉਹਨਾਂ ਨੇ ਛੈਣੀ ਉੱਤੇ ਘੋੜਾ ਮਾਰਿਆ 5 ਕਿਲੋ ਦਾ ਤੇ ਇੱਕ ਵਾਰੀ ਦਿਮਾਗ ਦੇ ਝੰਡਾੜੇ ਪੈ ਗਏ। ਪੁੱਛੋ ਉਹਨਾਂ ਬੀਬੀਆਂ ਨੂੰ, ਇੱਕ ਬੀਬੀ ਬਲਵੰਤ ਕੌਰ ਦਾ ਜ਼ਿਕਰ ਆਉਂਦਾ ਹੈ, ਉਹਦੇ 2 ਬੱਚੇ, ਵੀਰ ਮੰਨੂਗਾ ਜਲਾਲ ਕਹਿੰਦਾ ਬੀਬੀ ਬੜੇ ਸੋਹਣੇ ਤੇਰੇ ਪੁੱਤ, ਜਾਂ ਏਦਾਂ ਕਰ ਇਹਨਾਂ ਦਾ ਜੂੜਾ ਖਾ ਦੇ, ਜਾਂ ਮੈਂ ਤੈਨੂੰ ਹਾਰ ਪਾ ਕੇ ਫੁੱਲਾਂ ਦੇ ਛੱਕ ਕੇ ਆਊਂ ਇਸ ਜੇਲ੍ਹ ਦੇ ਵਿੱਚ। ਕਹਿੰਦੀ ਤੇਰਾ ਮੂੰਹ ਵੀ ਕਾਲਾ ਤੇ ਤੇਰੀ ਸੋਚ ਵੀ ਕਾਲੀ। ਜਦ ਚੱਲ ਰਿਹਾ ਕਿ ਗੁਰੂ ਗੋਬਿੰਦ ਸਿੰਘ ਦੀ ਬਖਸ਼ੀਸ਼ ਹੈ, ਉਹਦੀ ਫੁਲਵਾੜੀ ਹੈ, ਗੁੱਸਾ ਆਇਆ ਤੇ ਰਾਤ ਨੂੰ ਗੁੱਟ ਫੜ ਕੇ ਵੱਡੇ ਬੱਚੇ ਦਾ ਖਿੱਚਿਆ ਤੇ ਕਹਿਣ ਲੱਗੀ ਰੁਕ ਜਾ, ਮੇਰੇ ਪੁੱਤ ਨੂੰ ਧੱਕੇ ਨਾ ਕੀਤੀ, ਇਤਿਹਾਸ ਬਣਨਾ ਹੈ, ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮੇਤ ਸੀਸ ਦਿੱਤੇ ਬੰਦ ਬੰਦ ਕਟਾਏ। ਨਾਲ ਸੁਣ ਰੁਕ ਜਾ, ਕਹਿੰਦੇ ਇਤਿਹਾਸ ਬਣਨਾ ਹੈ, ਆਪ ਬੁਲਾਉਂਗੀ ਮੈਂ। ਆਪਣੇ ਬੱਚੇ ਦਾ ਮੁੱਖ ਚੁੰਮਿਆ ਛਾਤੀ ਨਾਲ ਲਾ ਕੇ ਕਹਿੰਦੀ ਹੁਣ ਆ ਲੈ ਮੈਂ ਤੈਨੂੰ ਖਿਲਾਉਣੀ। ਧੱਕੇ ਨਾਲ ਕਾਹਤੋਂ ਖੇਡਾਂ, ਕਾਲੀ ਹੈ ਕੋਈ? ਉਸ ਵੇਲੇ ਕਿਸੇ ਅਦੀਬ ਨੇ ਸ਼ੇਰ ਲਿਖਿਆ, ਇਹਦੇ ਜਦੋਂ ਬੱਚਾ ਬਣਾਇਆ ਤੇ ਉਹ ਕਹਿੰਦੀ ਮੇਰੇ ਦਿਲ ਵਿੱਚ ਜੀਤ ਜੁਝਾਰ ਵਸਦੀ ਹੈਗੇ। ਬਣੋ ਤੁਹਾਡੇ ਬੱਚੇ ਕਲਾਕਾਰੀ ਆ, ਇਹ ਗੱਲ ਤੇ ਨੱਚਣਾ ਨੁੱਚਣ ਵਾਲੇ ਬੱਚੇ ਆ, ਮੋਬਾਇਲ ਤੇ ਕੱਢ ਲੈਂਦੇ ਵੀ ਮੇਕਅਪ ਕਿੱਦਾਂ ਕਰਨਾ, ਗੁਸਤਾਖੀ ਮਾਰਨਾ। ਕਹਿੰਦੀ ਮੇਰੇ ਦਿਲ ਵਿੱਚ ਜੀਤ ਜੁਝਾਰ ਵਸਦੇ ਤੇ ਮੈਨੂੰ ਜਾਪਦੀ ਗੱਲ ਕੋਈ ਉਪਰੀ ਨਹੀਂ। ਅੱਜ ਸਾਡੇ ਦਿਲਾਂ ਚ ਨਿਕਲ ਗਈ ਜਦੋਂ ਬੱਚੇ ਨੂੰ ਪਿੜੌਕਾ ਮਾਰਦਾ ਨਾ ਵੀ ਤੂੰ ਪੁੱਤ ਭੱਗ, ਉਹਦੀ ਮਾਂ ਆ ਜਾਂਦੀ ਹੈ, ਤੂੰ ਕੌਣ ਵੇ? ਮੇਰੇ ਪੁੱਤ ਨੂੰ ਆਣਾ ਕਹਿੰਦਾ ਇਹ ਤਾਂ ਨੱਤੀ ਵੀ ਪਾਊਗਾ, ਅਨੰਦਪੁਰ ਜਾਣਾ ਹੈ। ਉਹ ਕਹਿੰਦੀ ਮੇਰੇ ਦਿਲ ਵਿੱਚ ਗੀਤ ਜੁਝਾਰ ਵਸਦੇ ਤੇ ਮੈਨੂੰ ਜਾਪਦੀ ਗੱਲ ਕੋਈ ਉਪਰੀ ਨਹੀਂ। ਅਜੇ ਕੱਲ ਲਾਹੌਰ ਦੇ ਵਿੱਚ ਬਹਿ ਕੇ ਤਾਰੂ ਸਿੰਘ ਲਹਾ ਗਿਆ ਕੋਪਰੀ, ਜੋਰਾਵਰ ਤੇ ਫਤਿਹ ਸਿੰਘ ਆਖਦੇ ਨੇ ਕਹਿੰਦੇ ਚੁੱਕਣੀ ਜ਼ਬਰ ਦੀ ਟੋਕਰੀ ਨਹੀਂ। ਜੇ ਮੈਂ ਸਿੱਖੀ ਸਿਦਕ ਤੋਂ ਡੋਲ ਜਾਵਾਂ ਤੇ ਕਹਿ ਦੀ ਤੇਗ ਬਹਾਦਰ ਦੀ ਪੁੱਤਰੀ ਨਹੀਂ। ਪਹਿਲਾ ਬੱਚਾ ਪਾਇਆ, ਦਰਸ਼ਨ ਕਰਿਓ, ਦਾਸ ਦੀ ਕਦਰ ਕਰਿਆ ਕਰੋ। ਲੰਡਾ ਜਿਹਾ ਖੂਨ ਵਾਜੀ ਤੇ ਕਈ ਅਰਦਾਸ ਵਿੱਚ ਛੱਡ ਕੇ ਖੂਨ ਸੁਣ ਜਾਂਦਾ। ਬੜਾ ਗੁੱਸਾ ਕਰਦਾ ਕਿ ਗੁਰੂ ਗੋਬਿੰਦ ਸਿੰਘਾਂ ਜੀ ਕਿਤੇ ਪ੍ਰਗਟ ਹੋ ਜੇ ਤੇ ਕਿਰਪਾਨ ਲੈ ਕੇ ਭਜਾਵੇ ਸੁਲਤਾਨ ਵੀ ਤੈਨੂੰ ਨਹੀਂ ਪਤਾ ਕਿੱਡੇ ਪਵਿੱਤਰ ਸ਼ਹੀਦਾਂ ਦੀ ਅਰਦਾਸ ਹੁੰਦੀ, ਤੈਨੂੰ ਖੂਨ ਜ਼ਿਆਦਾ ਕਰ ਕਦਰ ਨਹੀਂ ਨਾ। ਉਸ ਬੱਚੇ ਨੂੰ ਫੜਿਆ ਮਾਂ ਨੇ, ਉਹ ਜਲਾਦ ਨੇ ਵਾਹਿਗੁਰੂ ਨੇ ਮਾਂ ਜੀ ਨੂੰ ਮੁੱਕਈ ਕਹਿੰਦੀ ਕਰ ਲਾ ਜੋ ਕਰਨਾ। ਮੈਂ ਕਹਿਤਾ ਤੇ ਕਹਿਤਾ ਕਿ ਗੁਰੂ ਤੇਗ ਬਹਾਦਰ ਦੀ ਪੋਤਰੀ ਨਾ ਕਹੀ। ਉਸ ਜਲਾਦ ਨੇ ਬੱਚੇ ਨੂੰ ਸੁੱਟਿਆ ਤਾਂ ਜ਼ੋਰ ਦੇ ਨਾਲ ਲੱਤਾਂ ਤੋਂ ਫੜ ਕੇ ਜਦੋਂ ਘੁੰਮਦਾ ਥੱਲੇ ਆਇਆ ਤੇ ਥੱਲੇ ਲੈ ਜਾ ਕਰਨਾ। ਉਹਦੇ ਆ ਢਿੱਡ ਦੇ ਵਿੱਚ ਵੀ ਨੇਜਾ ਲੱਖ ਪਾਣੀ ਲੱਗ ਗਿਆ। ਖਿੱਚ ਕੇ ਧਰਤੀ ਤੇ ਪਟਕਾ ਕੇ ਮਾਰਿਆ। ਕਹਿੰਦੇ ਬਲਵੰਤ ਕੌਰੇ ਦੇਖਿਆ ਨਜ਼ਾਰਾ, ਦੇਖਣੀ ਸਿੱਖੀ ਅਜੇ ਵੀ ਮੌਕਾ ਹੀ। ਉਹ ਜਦੋਂ ਵੱਡੇ ਭਰਾ ਦਾ ਏਦਾਂ ਹੋਇਆ ਕਿ ਜਿਹੜਾ ਛੋਟਾ ਸੀ ਨਾ ਨਿੱਕਾ ਜਿਹਾ, ਉਹਨੇ ਆਪਣੀ ਮਾਂ ਨੂੰ ਜੱਫੀ ਪਾਈ। ਜਦੋਂ ਆਪਣੀ ਮਾਂ ਨੂੰ ਜੱਫੀ ਪਾਈ ਨਾ, ਛੋਟਾ ਡਰ ਗਿਆ ਕਿ ਜਲਾਦ ਕਹਿੰਦਾ ਮਾਤਾ ਇੱਥੇ ਤੇ ਤਰਸ ਖਾ ਜਾਂ ਇਹਨੂੰ ਲੈ ਜਾਏ ਕਿਤੇ ਮਰਵਾ ਲਿਆ ਹੀ। ਕਹਿਣ ਲੱਗੀ ਮਾਂ ਮੈਂ ਕਿ ਤੂੰ ਮੈਂ ਕਿਹਨਾਂ ਚੀਜ਼ਾਂ ਦੀਆਂ ਮਾਵਾਂ ਕਿਸੇ ਨੂੰ ਸੰਭ ਲਾ ਕੇ ਨਹੀਂ ਉੱਡ ਗਈਆਂ। ਅੱਜ ਮਾਵਾਂ ਕਹਿੰਦੀਆਂ ਲੈ ਜਾਓ ਸਰਦਾਰ ਜੀ ਨੂੰ, ਇਹਦਾ ਸਿਆਪਾ ਨਹੀਂ ਵਿੱਚ ਹੁੰਦਾ ਕਿ ਬਹੁਤ ਮੁੰਡਾ ਬਣਾ ਕੇ ਹੱਥ ਤੇਲ ਲਾਵਾਂ ਤੇ ਮੈਂ ਟੀਵੀ ਦੇਖਾਂ। ਮੈਂ ਗੇਮਾਂ ਖੇਡਣੀਆਂ, ਇਹਦੇ ਅੱਗ ਲਾਵੇ ਜੂੜੇ ਨੂੰ ਕੋਈ ਮੈਨੂੰ ਅੱਜ ਬੋਲਣ ਦਿਓ ਮਾਫੀ ਪਾਉਣਾ। ਅਨੰਦਪੁਰ ਸਾਹਿਬ ਦੁਨੀਆ ਕਿੰਨੀ ਚਲੇ ਗਈ, ਕੌਣ ਅਨੰਦਪੁਰ ਦੇ ਵਿੱਚ ਰਹਿੰਦਾ, ਕੀ ਉਹਦਾ ਇਤਿਹਾਸ ਹੈ, ਕੀ ਬੈਠਾ ਬਾਪੂ ਉੱਥੇ ਕਰਦਾ ਜਿਹਨੇ ਖੱਪਰਾਂ ਦੀਆਂ ਲਾਸ਼ਾਂ ਦੇ ਖੱਪਰ ਨਹੀਂ ਪਾਇਆ ਆਪਣੇ ਪੁੱਤਾਂ ਦਾ। ਉਸ ਨਿੱਕੇ ਜਿਹੇ ਬੱਚੇ ਨੂੰ ਮੂੰਹ ਚੁੰਮਿਆ 9 ਸਾਲਾਂ ਦਾ, ਮੰਗੀ ਜੀ ਪੁੱਤ ਧਰਦਾ ਕਰ ਕੋਈ ਉਹ ਮਾਂ ਕਰੀ। ਉੱਥੇ ਫੇਰ ਉਹਨੇ ਸ਼ੇਰ ਲਿਖਿਆ, ਕਹਿੰਦਾ ਦੇਖ ਕੇ ਲੋਰੀਆਂ ਪੁੱਤ ਨੂੰ ਆਖਦੀ ਮਾਂ,
ਤੈਨੂੰ ਹੈ ਮੇਰੀ ਤਕੀਰ ਬੱਚਾ, ਸਿਦਕੀ ਸਿੱਖ ਤੂੰ ਗੁਰੂ ਗੋਬਿੰਦ ਸਿੰਘ ਦਾ। ਗੁਰੂ ਤੇਗ ਬਹਾਦਰ ਦੀ ਦੀਦ ਬੱਚਾ, ਗੁਰੂ ਨਾਨਕ ਦੇ ਹੱਥ ਵਿੱਚ ਵਿਕੇ ਸੌਦਾ। ਸੁਲਤਾਨਪੁਰ ਜਾਂਦੇ ਕੋਈ ਦੁਕਾਨ ਨਹੀਂ ਛੱਡੀ, ਅੰਮ੍ਰਿਤਸਰ ਸ਼ਹਿਰ ਦੀ ਕੋਈ ਦੁਕਾਨ ਨਹੀਂ ਛੱਡੀ, ਚੰਡੀਗੜ੍ਹ ਦਾ ਕੋਈ ਮਾਲ ਨਹੀਂ ਛੱਡਿਆ ਸਿੱਖ ਨੇ। ਕਿਤੇ ਕਿਤੇ ਬਾਬੇ ਨਾਨਕ ਦੇ ਹੱਥ ਤੇ ਵੀ ਜੈ ਜੈ ਕਰ, ਉੱਥੇ ਬੜਾ ਕੁਝ ਵੰਡਦਾ ਹੀ ਬਾਬਾ। ਇਨਕਲਾਬ ਦੀ ਨੀਂਹ ਬਾਬੇ ਨੇ ਹੱਥੀ ਚ ਰੱਖੀ ਸੀ। ਬਾਬੇ ਨੇ ਆਖਿਆ ਮੇਰੇ ਤੋਂ ਗਰੀਬ ਨਹੀਂ ਕਰੇ ਜਾਂਦੇ, ਮੇਰੇ ਤੋਂ ਦੇਸ਼ ਦੇ ਵਿੱਚ ਕੋਈ ਭੁੱਖਾ ਸੁੱਤਾ ਨਹੀਂ ਕਰਿਆ ਜਾਂਦਾ, ਤੇ ਤਾਂ ਥੱਪੜ ਭਰ ਭਰ ਕੇ ਤੋਲਿਆ। ਅੱਜ ਫੇਰ ਹਿੰਦੁਸਤਾਨ ਭੁੱਖਾ ਮਰੂਗਾ, ਕਿਉਂਕਿ ਅੰਨਦਾਤੇ ਦੀ ਗੱਲ ਨੂੰ ਹੱਥ ਪਾ ਲਿਆ ਹਿੰਦੁਸਤਾਨ ਦੇ ਬਾਦਸ਼ਾਹ ਨੇ। ਫਿਰ ਭੁੱਖੇ ਮਰਾਂਗੇ ਨਾ। ਪਾਣੀ ਮੁੱਲਦਾ, ਦੁੱਧ ਮੁੱਲਦਾ, ਖੰਡ ਮੁੱਲਦੀ, ਆਟਾ ਮੁੱਲਦਾ, ਤੇ ਬਿਜਲੀ ਦਾ ਬਿੱਲ, ਤੇ ਸਕੂਲਾਂ ਦੀਆਂ ਪੜ੍ਹਾਈਆਂ ਵੇਖਿਓ ਤੇ ਜੋੜ ਦੇਖਦਾ ਰਹਿੰਦਾ। ਬਾਬੇ ਨਾਨਕ ਨੇ ਚਪੇੜਾਂ ਖਾਧੀਆਂ ਆਪਣੇ ਬਦਲੇ, ਅੱਜ ਕੋਈ ਬੈਠਦਾ ਹੀ ਨਹੀਂ ਗੁਰੂ ਕੋਲ, ਕੋਈ ਗੁਰੂ ਦੀ ਗੱਲ ਨਾ ਸੁਣਾਉਂਦਾ ਹੀ। ਖੁੱਲ ਕੇ ਡਰਦੇ ਸਾਰੇ, ਮਿੱਠੀ ਜੀ ਕਥਾ ਕਰਕੇ ਉਹਦੇ ਸਾਨੂੰ ਵੀ ਵਧੀਆ, ਤੁਹਾਨੂੰ ਵੀ, ਤੁਸੀਂ ਵੀ ਖੁਸ਼ ਤੇ ਮੈਂ ਵੀ ਖੁਸ਼। ਜਿਹੜੇ ਬੰਦੇ ਨੇ ਸੱਚ ਬੋਲਣਾ ਉਹਨੂੰ ਪਤਾ ਕਿੱਧਰ ਨੂੰ ਜਾਣਾ ਪੈਣਾ। ਕਈ ਰਤਨ ਜੋ ਕਿਸੇ ਨੇ ਰੋੜਾ ਹੀ ਚਲਾ ਦੇਣਾ। ਜੋ ਕਹਿਣ ਦਾ ਭਾਵ ਸਾਧ ਸੰਗਤ ਉਸ ਮਾਂ ਨੇ ਬੱਚੇ ਨੂੰ ਚੁੱਪ ਕਰਾਇਆ, ਫਿਰ ਰੋਂਦਾ ਸੀ। ਰਹਿਣ ਚੁੱਪ ਕਰ ਗਿਆ। ਕਹਿੰਦੇ ਦੇ ਕੇ ਲੋਰੀਆਂ ਪੁੱਤ ਨੂੰ ਆਖਦੀ ਮਾਂ, ਤੈਨੂੰ ਸੋਹਣਿਆ ਮੇਰੀ ਤਕੀਦ ਬੱਚਾ, ਸਿਦਕੀ ਸਿੱਖ ਤੂੰ ਗੁਰੂ ਗੋਬਿੰਦ ਸਿੰਘ ਦਾ, ਤੇ ਗੁਰੂ ਤੇਗ ਬਹਾਦਰ ਦੀ ਦੀਦ ਬੱਚਾ, ਗੁਰੂ ਨਾਨਕ ਦੇ। ਗੁਰੂ ਨਾਨਕ ਦੇ ਹੱਥ ਵਿੱਚ ਵਿਕੇ ਸੌਦਾ, ਦੇ ਕੇ ਸਿਰ ਤੂੰ ਲਈ ਖਰੀਦ ਬੱਚਾ, ਦੇ ਕੇ ਸਿਰ ਤੂੰ ਲਈ। ਉਸ ਬੱਚੇ ਨੂੰ ਲੋਰੀ ਦਿੱਤੀ, ਲਗਾ ਕੇ ਤੇ ਬੱਚਾ ਚੁੱਪ ਕਰ ਗਿਆ, ਹੱਸਣ ਲੱਗ ਪਿਆ। ਉਹਨੂੰ ਦੁੱਖ ਭੁੱਲ ਗਿਆ। ਤੇ ਜਲਾਦ ਨੂੰ ਕਹਿੰਦੀ ਆ ਜਾ ਹੁਣ ਅੱਗੇ ਆ ਜਾ, ਹਲ ਚੱਕ ਹੁਣ ਇਹਨੂੰ ਕਤਲ ਕਰੀ, ਕਿਉਂਕਿ ਰੋਂਦੇ ਨੂੰ ਨਾ ਕਰੀ। ਇਹਨਾਂ ਦੀ ਅਰਦਾਸ ਬਣਨੀ ਹੈ, ਸਿੱਖ ਕੌਮ ਨੇ ਕਰਿਆ ਕਰਨੀ ਹੈ। ਮੈਂ ਅਰਦਾਸ ਤੇ ਬੋਲ ਰਿਹਾ, ਜਿਹੜੇ ਕਦਰ ਨਹੀਂ ਨਾ ਕਰਦੇ, ਟੁੱਟ ਕੇ ਪੀਂਦੇ ਹੈ, ਉਹਨਾਂ ਦੇ ਕੰਨ ਖੁੱਲ ਜਾਣ। ਉਸ ਨਿੱਕੇ ਜਿਹੇ ਬੱਚੇ, ਸਾਰੇ ਬੱਚਿਆਂ ਵਾਲੇ ਬੈਠੇ ਜੇ, ਬੁਖਾਰ ਚੜ ਜੇ ਬੱਚੇ ਨੂੰ, ਤੇ ਕੋਈ ਗੁਰੂ ਪੀਰ ਨਹੀਂ ਛੱਡੀ ਦਾ। ਕਿਉਂ ਅਖੀਰਾ ਮਾਂ ਜਿਹੜੀ ਕਿਸੇ ਵੀ ਪ੍ਰਸ਼ਾਦ ਤੇ ਨਾਲ ਸਾਡਾ ਬੱਚਾ ਠੀਕ ਹੋ ਜਾਏ। ਉਸ ਮਾਂ ਨੇ ਤਾਂ ਚੌਂਕੜਾ ਮਾਰਿਆ ਤੇ ਉਹਨੇ ਬੱਚਾ ਚੱਕਿਆ ਤੇ ਕਹਿੰਦੇ ਵੀ ਇਹਨੂੰ ਕਿੱਦਾਂ ਮਾਰਨਾ ਹੈ। ਵੀਰ ਮੈਨੂੰ ਕਹਿੰਦਾ ਇਹਨੂੰ ਬਹੁਤ ਦਰਦਮੰਦ ਮੌਤ ਕਰੋ। ਪਹਿਲਾ ਬੱਚਾ ਨੇਜੇ ਥੱਲੇ ਛੇਤੀ ਉਹਦੀ ਡੈਥ ਹੋ ਗਈ। ਇਹਨੂੰ ਏਦਾਂ ਦੀ ਡੈਥ ਦਿਓ ਜਿਹੜੀ ਮਾਂ ਕਰਦੇ। ਅੱਜ ਵੀ ਬੱਚੇ ਦੇ ਇੰਜੈਕਸ਼ਨ ਲੱਗੇ ਨਾ, ਨਿੱਕਾ ਸੋਹਣਾ ਜਿਹਾ ਬੱਚਾ, ਤੇ ਮਾਂ ਰੋ ਪੈਂਦੀ ਹੈ। ਡਾਕਟਰ ਕਹਿੰਦਾ ਬੀਬੀ ਬੱਚਾ ਤੇ ਖੁਦ ਸੂਰ ਹੋਈ ਜਾਂਦੀ ਹੈ। ਉਹਨਾਂ ਨੇ ਕੀ ਕੀਤਾ, ਮਾਂ ਦੇ ਸਾਹਮਣੇ ਇੱਕ ਪੱਥਰ ਤੇ ਛੋਟਾ ਬੱਚਾ ਰੱਖਿਆ। ਪਹਿਲਾਂ ਉਹਦੇ ਪੈਰ ਦੇ ਅੰਗੂਠੇ ਨੂੰ ਕੱਟਿਆ, ਫਿਰ ਉਹਨੂੰ ਗਿੱਟੇ ਤੋਂ ਕੱਟਿਆ, ਫਿਰ ਉਹਨੂੰ ਗੋਡੇ ਤੋਂ ਕੱਟਿਆ। ਜਿੱਦਾਂ ਗਾਜਰ ਕੱਟੀ ਦੀ, ਕੱਟ 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 ਕੇ ਛੋਟੇ ਛੋਟੇ ਟੋਟੇ ਕੀਤੇ। ਕਿੱਦਾਂ ਦਾ ਮਾਂ ਦਾ ਜਿਗਰਾ ਸੀ। ਸਤਿਨਾਮ ਵਾਹਿਗੁਰੂ ਦਾ ਜਾਪ ਕਰੀ ਗਈ, ਚੌਂਕੜਾ ਮਾਰਿਆ। ਫਿਰ ਉਹਨਾਂ ਨੇ ਪੂਰੇ ਟੋਟੇ ਜਦੋਂ ਕਰਦੇ ਨਾ, ਉੱਥੇ ਬਸ ਨਹੀਂ ਕੀਤੀ। ਇੱਕ ਟੋਕਰੀ ਦੇ ਵਿੱਚ ਉਹ ਟੋਟੇ ਪਾਏ। ਸਾਡਾ ਇਤਿਹਾਸ ਕਾਹਤੋਂ ਅੱਜ ਮੇਰੀਆਂ ਭੈਣਾਂ ਤੰਗ ਆ ਗਈਆਂ ਬੱਚੇ ਦੇ ਫੁੱਲ ਪਾਉਣ ਤੋਂ। ਕਿਹੜੀ ਚੀਜ਼ ਲਾਉਣ ਲੱਗ ਪਈ ਤੁਹਾਨੂੰ। ਉਸ ਬੱਚੇ ਨੂੰ ਫਿਰ ਇੱਕ ਟੋਕਰੀ ਚ ਪਾਇਆ ਤੇ ਮਾਂ ਇੱਦਾਂ ਬੈਠੀ ਹੈ। ਤੇ ਉਸ ਵੇਲੇ ਜਲਾਦ ਕਹਿੰਦਾ ਜੀ ਬਸ। ਤੇ ਵੀਰ ਮੈਨੂੰ ਕਹਿੰਦਾ ਬਸ ਕਿੱਥੇ, ਅਜੇ ਕਿੱਸਾ ਬਾਕੀ ਹੈ। ਇੱਕ ਸੇਬਾ ਲਿਆ, ਇਹਦੇ ਵਿੱਚ ਵੀ ਇਹਦੇ ਮਾਸ ਦੀਆਂ ਪੈਰਾਂ ਦੀਆਂ ਗੋਟੀਆਂ ਲਗਾ ਸੌਗੀ ਕੌਮ। ਗੁੱਸਾ ਕਰ ਲਈ, ਮੇਰਾ ਵੀ ਦਿਲ ਹੁੰਦਾ ਕਿਸੇ ਦੇ ਆ ਸਾਂਝਾ ਸਥਾਨ ਕਰਕੇ ਬੋਲ ਦਿੰਦੇ ਆ। ਕਿਸੇ ਘਰ ਇੱਦਾਂ ਦਾ ਇਤਿਹਾਸ ਸੁਣਾਵੇ, ਅਗਲੇ ਕਹਿੰਦੇ ਬਾਬਾ ਜੀ ਇੱਦਾਂ ਦਾ ਨਹੀਂ ਸੁਣਾਉਂਦੇ। ਅਸੀਂ ਇਤਿਹਾਸ ਸੁਣ ਕੇ ਡਰੀ ਜਾਂਦੇ, ਸੱਚ ਹੈ ਨਾ। ਉਸ ਵੇਲੇ ਪਹਿਲਾਂ ਹੱਥ ਤੁਰਿਆ, ਫਿਰ ਪੈਰ ਇਹਨਾਂ ਧਾਗੇ ਦੇ ਵਿੱਚ ਹੀ ਨਿਗਾਹ ਕੇ ਨਾ ਉਸ ਮਾਂ ਦੀ ਗੱਲ 'ਚ ਹਾਰ ਪਾਤਾ।
जिन्ना सिंगा सिंगलियां धर्मे सील दिते बंद बंद कटारे खोपड़ियां लवाइयां चरखियां दे आरियां नाल चलाए गए। दो घोड़ियां दा बंदा पैर विच जुत्ती पा के ते बांदर वर्गा मूंह ते कहंदा कर अरदास 2 मिनट वैगुरू वैगुरू जुत्ती जारी लाउणी उसे जुत्ती फड़ी होवे ते सिर च मारे भी तैनूं वीर दा सजना अरदासां किदां बड़ीਆਂ बेकदरी करी जाती असीं दिनों दिन साध संगत जी एक दे खेड नहीं चले मैं भी जाना तुसीं अज गुरु गोबिंद सिंह पातशाह महाराज दा चेहरा लाल होएगा ਉਹਦੇ ਨੇਤਰਾਂ 'ਚ ਲਹੂ ਵਗਦਾ ਹੋਵੇਗਾ ਵੀ ਜਿਸ ਕੌਮ ਨੂੰ ਮੈਂ ਜਗਾਉਣ ਵਾਸਤੇ ਆਪਣੇ 5-7 ਸਾਲ ਦੇ ਬੱਚਿਆਂ ਨੂੰ ਨੀਹਾਂ 'ਚ ਖਿਲਾ ਕੇ ਇਹਨਾਂ ਦੀਆਂ ਕੰਧਾਂ ਸ਼ੁਰੂ ਕੀਤੀਆਂ ਅੱਜ ਦੇਖ ਕੇ ਬਹਿ ਗਏ ਅੱਜ ਕਿੱਧਰ ਨੂੰ ਤੁਰ ਪਏ ਹੋਲਾ ਮੁਹੱਲਾ ਲੈ ਟਰਾਲੀ ਦੇ ਵਿੱਚ 50 ਬੰਦੇ ਆ ਜਦੋਂ ਪੱਤਰਕਾਰ ਆ ਕੇ ਪੁੱਛੇ ਪੁੱਤਵੇ ਹੋਲਾ ਮੁਹੱਲੇ ਦੀ ਡੈਸਟੀਨੇਸ਼ਨ ਕੀ ਹੈ 2-1 ਨਿਕਲਣਗੇ ਨਹੀਂ ਤੇ ਸਾਰੇ ਕਹਿਣਾ ਜੀ ਜਲੇਬਾਂ ਖਾਣ ਆਏ ਪਕੌੜੇ ਖਾਣ ਚੱਲੇ ਜਗਾਰੇ ਪਤਾ ਕੋਈ ਨਹੀਂ ਮੇਰੇ ਤੁਰੇ ਕਰਦੇ ਵੀ ਕੀ ਹੋਲਾ ਮੁਹੱਲਾ ਸੀ ਕਾਹਤੋਂ ਬਣਾਇਆ ਗਿਆ ਸੀ ਕੀ ਦਿੱਤਾ ਸੀ ਸਾਡੀ ਕੌਮ ਨੂੰ ਬਾਪੂ ਨੇ ਕੋਈ ਪਤਾ ਨਹੀਂ ਹੈ। ਮੈਂ ਤਾਂ ਜਿਹੜੇ ਮੇਰੇ ਪਿਆਰ ਵਾਲੇ ਉਹਨਾਂ ਨੂੰ ਮੈਂ ਕਹਿ ਦਿੰਦਾ ਕਿ ਸੱਜਣੋ ਤੁਹਾਨੂੰ ਰੋਣ ਨਹੀਂ ਆਉਂਦਾ ਇਹ ਤਾਜ਼ਾ ਤਾਜ਼ਾ ਤੁਸੀਂ ਖਾ ਕੇ ਤੇ ਲੰਗਰ ਦੀ ਲਾਗੇ ਖਲੋ ਕੇ ਹੱਥ ਕਰਕੇ ਜਿਹੜੇ ਜੀ ਛੱਡ ਕੇ ਜਾਏ ਜੀਬ ਵਿੱਚ ਰੰਗਿਆ ਬੈਠਾ ਹੋਏ ਪਿੱਛੇ ਵੀ ਕਿਹਦਾ ਲੰਗਰ ਹੈ ਤੁਸੀਂ ਕਹਣਾ ਗੁਰੂ ਗੋਬਿੰਦ ਸਿੰਘ ਦੇ ਹੱਲੇ ਕੋਲ ਕੌਣ ਸੀ ਗੁਰੂ ਗੋਬਿੰਦ ਸਿੰਘ ਸਾਡਾ ਗੁਰੂ ਕੀ ਕੀਤਾ ਉਹਨੇ ਸਵਾਲ ਤੇ ਸਵਾਲ ਪੁੱਛਣੇ ਹੈ ਇਹ ਸਾਨੂੰ ਜਵਾਬ ਨਹੀਂ ਹੋਣਾ ਵੀ ਕੌਣ ਗੁਰੂ ਗੋਬਿੰਦ ਸਿੰਘ ਕਾਤੋਂ ਮਨਾਉਂਦੇ ਜੀ ਕਾਤੋਂ ਇਹਨਾਂ ਖਰਚਾ ਕਰਦੇ ਕਹਿਣਗੇ ਜੀ ਫੈਸ਼ਨ ਜਾਂ ਕੁਛ ਉਸ ਬਲਵੰਤ ਕੌਰ ਦੇ ਗੱਲ ਦੇ ਵਿੱਚ ਸੁਣਤੇ ਹਾਰ ਕਰਦਾ ਬੱਚੇ ਦਾ ਉਸ ਮਾਂ ਦੀਆਂ ਅੱਖਾਂ ਦੇ ਵਿੱਚੋਂ ਪਾਣੀ ਨਹੀਂ ਨਿਕਲਿਆ ਉਹਨੇ ਕੀ ਕੀਤਾ ਆਪਣੀ ਝੋਲੀ ਚੋਂ ਆਪਣੇ ਬੱਚੇ ਦਾ ਲਹੂ ਬੁੱਕ ਭਰ ਕੇ ਨਾ ਏਦਾਂ ਮੂੰਹ ਧੋਤਾ ਤੇ ਪਤਾ ਕੀ ਆਖਿਆ ਜਨਨੀ ਜਨੈ ਤੋਂ ਭਗਤ ਜਾਣਾ ਕਹਿ ਦਾਤਾ ਕਹਿ ਸੂਰ ਨਾਹੇ ਤੋ ਜਨਨੀ ਬਾਂਝ ਰਹੇ ਕਾਹੇ ਗਵਾਵੇ ਸਾਰਾ ਮੂੰਹ ਲਾਲ ਹੋ ਗਿਆ ਤੇ ਸ਼ਬਦ ਪੜਿਆ ਲਾਲ ਰੰਗ ਤਿਸ ਕੋ ਲਗਾ ਜਿਸ ਕੇ ਬੜ ਭਾਗਾ ਮੈਲਾ ਕਦੇ ਨਾ ਹੋਈ ਮੈਂ ਲਾਗੇ ਲੱਗਾ ਆਹ ਰੰਗ ਦਿੱਤਾ ਸੀ ਬਾਜਾਂ ਵਾਲੇ ਨੇ ਪੁੱਤਰੇ ਲੋਕੀ ਹੋਲੀ ਹੈ ਖਾਲਸੇ ਦਾ ਹੋਲਾ ਏ ਲੋਕਾਂ ਦੀਆਂ ਬੋਲੀਆਂ ਤੇ ਖਾਲਸੇ ਦਾ ਹੋਲਾ ਏ ਏਦਾਂ ਦਾ ਰੰਗ ਪੁੱਤ ਚੜਾ ਕੇ ਚੱਲਿਆ ਏ ਜਿਹੜਾ ਰਹਿੰਦੀ ਦੁਨੀਆ ਤੱਕ ਕਿਸੇ ਤੋਂ ਲੱਥੂ ਗਈ ਬੋਲੇ ਉਸ ਰੰਗ ਦੀ ਗੱਲ ਮਹਾਰਾਜ ਸਾਹਿਬ ਜੀ ਨੇ ਕੀਤੀ 1699 ਦੇ ਵਿੱਚ ਰੰਗ ਤੇ ਉਸ ਨਹੀਂ ਚੜਾਦਾ ਸੀ ਜਿੱਦਣ ਬਾਪੂ ਨੇ ਸੀਸ ਕੱਟ ਕੇ ਬਾਣੇ ਪਵਾ ਕੇ ਦਮਾਲੇ ਬੰਨ ਕੇ ਇੱਕੋ ਜਿਹੇ ਚੋਲੇ ਪਾ ਕੇ ਆਖਿਆ ਸੀ ਬੋਲੋ ਸਤਿਨਾਮ ਸ੍ਰੀ ਖਾਲਸਾ ਕਾਲ ਪੁਰਖ ਕੀ ਫੌਜ ਵੈ ਪ੍ਰਗਟਿਓ ਖਾਲਸਾ ਪਰਮਾਤਮਾ ਕੀ ਮੌਜ ਮੇਰੇ ਪੁੱਤ ਕਿੰਨੇ ਸੋਹਣੇ ਲੱਗਦੇ ਨੇ ਹੋਲੇ ਦਾ ਕਿੱਥੇ ਬੁਲਾਣਾ ਲਾਉਣਾ ਕਿਸੇ ਨੂੰ ਕਈ ਵਾਰੀ ਬੰਦਾ ਇਹਨਾਂ ਸੌਣਾ ਹੋਵੇ ਨਾ ਲਾਗੀ ਬਿਜਲੀ ਦਾ ਕੰਮ ਹੋਵੇ ਕੋਈ ਤੇ ਅਗਲਾ ਕਹਿੰਦਾ ਮਰਨਾ ਹੀ ਵੀ ਤੂੰ ਕਿੱਥੇ ਸੌਂਦੇ ਆ ਬਿਜਲੀ ਦੇ ਖੰਭੇ ਤੇ ਚੜ ਕੇ ਸੌਂਦਾ ਤਾਂ ਹੱਥ ਲੱਗ ਜੂਗਾ ਜਾਗ ਕੇ ਕੰਮ ਕਰ ਕਈਆਂ ਦੀ ਡਿਊਟੀ ਸਖਤ ਹੁੰਦੀ ਉਹ ਜਿਹੀ ਜਗ੍ਹਾ ਤੇ ਜਿੱਥੇ ਮੌਤ ਦੀ ਮੌਤ ਦਾ ਕੋਈ ਸਤਨਾ ਇਸ ਕਰਕੇ ਸਾਧ ਸੰਗਤ ਜੀ ਇਹ 'ਚ ਕੋਈ ਸ਼ੱਕ ਨਹੀਂ ਮੇਰੇ ਪਾਤਸ਼ਾਹ ਨੇ ਸਾਨੂੰ ਹੁਲਾਰਾ ਦਿੱਤਾ ਲਾ ਕੇ ਬਾਹਰੋਂ ਫੜ ਕੇ ਉਹ ਸਾਰੀ ਜ਼ਿੰਦਗੀ ਜੀਂਦਾ ਹੈ ਮੁਹੱਲੇ ਦਾ ਭਾਵ ਹੁੰਦਾ ਹੈ ਜਦੋਂ ਨਿਹੰਗ ਸਿੰਘ ਕਿੱਲਾ ਪੁੱਟਦੇ ਹੈ ਮਹੱਲਾ ਭਾਵ ਮਹੱਲਾ ਨਗਰ ਨੂੰ ਵੀ ਆਖਿਆ ਗੁਰਬਾਣੀ ਚ ਵੀ ਹੁੰਦਾ ਮਹੱਲਾ ਪਹਿਲਾ ਕਈ ਪਹਿਲਾ ਸ਼ਬਦ ਵੀ ਵਰਤਦੇ ਮਹਿਲਾ ਪਹਿਲਾ ਜ਼ਿਆਦਾ ਸਾਲ ਦਾ ਪਾਠ ਮਹੱਲਾ ਹੈ ਮਹੱਲਾ ਪਹਿਲਾ ਕੱਢਿਆ ਸੀ ਗੁਰੂ ਅਰਜਨ ਸਾਹਿਬ ਨੇ ਮੌ ਸਾਹਿਬ ਜਿੱਥੇ ਪਿੰਡ ਵਾਲਿਆਂ ਨੇ ਕਿੱਲਾ ਗੜਨਾ ਤੇ ਕਹਿੰਦੇ ਵੀ ਕਿੱਲਾ ਪੁੱਟ ਦੋ ਤੇ ਵਿਆਹ ਕੇ ਲੈ ਜਾਓ ਮੇਰੇ ਸਾਹਿਬ ਜੀ ਨੇ ਪੂਰਾ ਪਿੰਡ ਦਾ ਗੇੜਾ ਕੱਢਿਆ ਕਿੱਲੇ ਦੇ ਲਾਗੇ ਪਹੁੰਚੇ ਬਾਬਾ ਬੁੱਢਾ ਜੀ ਖੜੋਤੇ ਐ ਨਿਹੰਗ ਸਿੰਘ ਸ਼ਾਮਾਂ ਨੂੰ ਕੱਢਦੇ ਹੋਏ ਮਹੱਲੇ ਮਹੱਲਾ ਨੂੰ ਕਹਿੰਦੇ ਮੁਹੱਲੇ ਦਾ ਕਿਥੇ ਹੁਲਾਰਾ ਕੌਮ ਹੁਲਾ ਕੇ ਰੱਖਦੇ ਸੀ ਗੁਰੂ ਗੋਬਿੰਦ ਸਿੰਘ ਮੇਰੇ ਵੱਲੋਂ ਪੱਕਾ ਮੂੰਹ ਤੇ ਰੱਖੋ ਦਾੜੇ ਕੋਈ ਜਾਗ ਕੋਈ ਆਪਣੇ ਹੱਕ ਮੰਗੋ ਐਵੇਂ ਮਿੰਤਾਂ ਕਰੋ ਆਪਣੀਆਂ ਧੀਆਂ ਨਾ ਵੇਚਿਆ ਕਰੋ ਆਪਣੇ ਆਪ ਨੂੰ ਨਾ ਵੇਚੋ ਇੱਡਾ ਹੁਲਾਰਾ ਦੇ ਕੇ ਤੇ ਮਹੱਲਾ ਘੋੜੇ ਤੇ ਚੜਾਤਾ ਹਾਥੀਆਂ ਦੇ ਵੀ ਤੁਸੀਂ ਵੀ ਰਾਜੇ ਜੀ ਇੱਡਾ ਹੁਲਾਰਾ ਦਿੱਤਾ ਕਿ ਕੌਮ ਫੇਰ ਸੌਂ ਗਈ ਆਪੂ ਸਤਿਨਾਮ ਉਹ ਹੁਲਾਰਾ ਖਤਮ ਹੋ ਗਿਆ ਸਾਧ ਸੰਗਤ ਜੀ ਮਿੰਟ ਆਪਣੇ ਕੋਲ ਰਹਿ ਗਏ 3000
ਤੇ ਪ੍ਰਸੰਗਤਾ ਜੀ ਸ਼ੁਰੂ ਹੀ ਹੋਣ ਲੱਗਾ ਕੋਈ ਸਪਨਾ ਪਰ ਮੈਂ ਪੰਛੀ ਝਾਤ ਲੈ ਕੇ ਤੁਹਾਡੇ ਤੋਂ ਖਿਮਾ ਮੰਗਾਂਗਾ। ਤੁਸੀਂ ਬੜਾ ਪਿਆਰ ਦਿੱਤਾ, ਚੌਂਕੇ ਮਾਰ ਕੇ ਸਜੇ ਹੋ। ਤੁਹਾਡਾ ਐਤਵਾਰ ਲਾਲੇ ਨੂੰ ਪੈ ਗਿਆ ਕਿਉਂਕਿ ਲੜੀਵਾਰ ਇਤਿਹਾਸ ਤਾਂ ਬੜਾ ਪਿਆਰਾ ਚੱਲ ਰਿਹਾ ਹੋਵੇਗਾ, ਕਿਸੇ ਨੂੰ ਸਮਝ ਨਹੀਂ ਲੱਗੀ। तो मैं माफी चाहना लड़ीवार वाला बहुत विचारे बंदा होए। तो मेरे सच्चे बादशाह दीन दुनिया के मालिक ने हलारा दिता कौन। उस दिन मेरे सतगुरु महाराज साहब जी ने इको जिहा बाणा पा के बाटे पहले बख्शिश करके आख्या कि कातों लड़ी जाए। ये मजबी ये सीमा ये जाते कमोल नारी इस तरह सारे इकट्ठे हो इके लैन इकट्ठे करके इके बाटे कमोल होया। इदा का गुरु लगो लड़ाउण वाले बथेरे बैठे है पर गाना लाउण वाला वो आनंदपुर च बैठा सारे इके बाटे चुका के जात खत्म करती, पात खत्म करती। ऐसा का रंग चाढ़िया ते धन मेरे सच्चे पातशाह महाराज ने क्या खालसा मेरी जान की, खालसा मेरो पिंड प्रधान, खालसा मेरो सज्जन सूरा, खालसा मेरो सतगुरु पूरा। हुण तुहानूं खुश करा मैं खुश हो के जाना दिल खुशी का। जदों महाराज साहब जी ने होले के रंग का पहले ही चाढ़ता बाणी का ऐसा का रंग चाढ़िया सिख नूं कि जिदन तेरा संस्कार हो अज उदां लोकी रंग पाउंदे ते शामां नूं नहा लईए ते लै जांदा कपड़ियां तो भी धो लेगा पर असल में वो रंग जिहड़ा गुरबाणी ने सानूं चाढ़ना है जिदन फटे ते पैके विच मड़ियां च गए शरीर का संस्कार मच जाना शरीर 25-30 मिनटां बापू जी का रंग नहीं उतरना ते की मैला कदे ना होई ये तेनों इदा का रंग चालू मैला भी नहीं होना ते दाग नहीं लगना। तेरे नाए रत्ते से जिन गए हार गए से तेरे नाम का रंग चढ़ते जिनों शरीर कमरा च रह जाता है करो भी रूप आपके साजे आपके रंगे आपके नजर इदा का रंग देख गए पानी के पानी का। हुण हमारे सर कटन लगे भला फौजियां तैयार हुई आप हमारे साहब जी ने खेल खेली कच्चा रंग भी पाया गया जी सिंगा ने पाया कितनी सुंदरता चारे पासे नीला बाणा जकारे हाथी घोड़े शिकारे पे है उसे एक रंगी रूप धन बाबा सतरा जी महापुरुष ब्रह्म ज्ञानी जिन्होंने 5 गुरुओं की सेवा की जो सारा महला तैयार हुई ये भी आ गया। इन्हें की किया भी लंगर जाके ते अपने वीरे ला के शहरा बजैन ते श्री साहब लाख नूं बधी जिन्नी युवा की कालो सी सारी कालो अपने मूँह ते लत्तां बाहां ते ला के ते काला शक मारे घोड़े ते चढ़े नीले ते शाह सवार सतगुरु शिकारी सकत नहीं पहुंचा। इन्हें की किया इन्हें भी गेड़ा कढ़िया हुण प्यार वेखो गुरु गोबिंद सिंह किनों करता है एडा एडा लम्बा दाड़ा नाभी तक क्योंकि उम्र काफी हो चुकी गुरु हरगोबिंद साहब के घरों वसाया उन्होंने पालिया कि अज 10वें पातशाह तक यानी 120-130 के करीब उम्र होगी। बाकी तुसीं आप अंदाजा ला लो 1606 नूं गुरु हरगोबिंद साहब की शहीदी हुंदी है ते 1708 1606 तो 800 साल का सीधा ही बन जाता है सतनाम। 110 साल की उम्र होंदी अपनी 60-70 हमने लागे जे बैठे हैं भगवान जी ना कह तू ज्यादा लागे आपको क्योंकि तेरे का दर्द दूर हो गया कम सानू तो चल जे आसूस हैगी कि जे ठीक हैगी ते वास्ते कितनी कोई होर संभाल की हो लगी उसके तार क्या कर भाइयों लागे बैठा ये जे लागे हो ਇਹਦੀ उम्र 110 साल है काला शाह भजा फिरे सारे महाराज साहब जी ने सिंगा ने देखा कि किसी ने कहर किया ਇਹਦੇ महाराज ने वेखला कि ना किसी का दिन सारे का फौजां ਨੂੰ रंग चढ़िया संगत खुश है और कलयुग भी आ गया मारे कहते की होया कहते जी वेखो ਤੁਸੀਂ रंग लाल रंग चाढ़े बलेलां दे इन्ना रूप लाल बाणी का नाम बाणी का ते इहने की कीता वेखो ये तां काला हो करी मारे जी सद के लियाओ जदों गुरु गोबिंद सिंह दे नेड़े आया ते बहुत सेवा सी मारे साहब जी कहते महाप्रभु की गल तुहानूं भी खुशी है
अजे इन्हां खुशियां दा दिन सारियां जिन्नी जोगियां टौर करी दुआले सजाए फुल्लां दी वर्खा ते तुसीं कपड़े ला के मूँह सिर काला कीता। हुण वेखियो लोकी बाहरों कपड़े रंग वेखदे मेरा गुरु की वेंदा। मेरे सतगुरु पातशाह कहंदे सुखिया पुੱਤ रंग मुक गया, ये कपड़े मुक गए सी गुरु घरों, तू की बनिया फिरदा है। कहते पातशाह किते मेरे अंदर नूं पुछो, हुण मैं बोल के नहीं दस सकदा। कहो कबीर गूंगा गुड़ खाया, पूछे ते क्या कहिए कि गूंगे बंदे नूं गुड़ खवाओ पेसी ते पुछ किन्ना गुड़ खा ते हुण की करूं। पर ਉਹਨੂੰ ਬੋਲਿਆ ਤੇ ਜਾਣਾ ਨਹੀਂ, ਉਹ ਫਿਰ ਨੱਚੂਗਾ ਹੀ, ਇਸ਼ਾਰੇ ਕਰੂਗਾ। ਮਾਰੇ ਕਹਿੰਦੇ ਇਹ ਵੀ ਜਿਹਨੂੰ ਇਸ਼ਕ ਹੋਵੇ ਨਾ ਉਹਨੂੰ ਇਦਾਂ ਦਾ ਰੰਗ ਚੜ੍ਹਦਾ ਵੀ ਦੱਸ ਨਹੀਂ ਸਕਦਾ। ਜਿਹੜੇ ਦੱਸਦੇ ਆ ਨਾ ਮੇਰੇ ਦੁਨੀਆਂ ਦੇ ਵੀ ਮੈਂ ਦਰਸ਼ਨ ਕਰਾ ਦੂੰ ਇੰਨੇ ਚਿਰ ਚ ਬ੍ਰਹਮ ਗਿਆਨ ਸਭ ਠੱਗੀ ਤੇ ਚੁੱਕਦਾ। ਕਿਉਂਕਿ ਗੁਰਬਾਣੀ ਕਹਿੰਦੀ ਜਿਹਨਾਂ ਪਾਇਆ ਜਨੇ ਜਿਨ੍ਹਾਂ ਨੂੰ ਮਿਲ ਪਿਆ ਉਹ ਚੁੱਪ ਹੋ ਗਏ। ਕਿਉਂਕਿ ਜਿਹੜੇ ਫੁੱਲ ਦੇ ਵਿੱਚ ਮੈਂ ਕਹਣਾ ਰੌਲਾ ਨਹੀਂ ਪਾਉਂਦਾ, ਉੱਥੇ ਭੌਰੇ ਆਪੇ ਹੀ ਆ ਜਾਂਦੇ ਆ। तो जो चंद्रमा चढ़ता चकोर आपे मुंह कर लेंगे, सदे थोड़ी ना देने पेंगे। मेरे बादशाह ने तो बोलिया नहीं जाना, हमारे कहते बोल फिर भी कहते बादशाह मैं सदके जावां, मैं वारे जावां। मेरी मां तो मैनूं कूड़े च सुट गई सी, जे मावां ही टिक्की लाउंदियां हुंदियां भी पुੱਤ नूं नजर ना लगे, तू तो मैनूं कूड़े च चक के गोदी च बिठाया है। अज उस गोदी का टौर वेख के बापू मैनू अज डर लगा। मारे कादा इन्हें महाराज तेन वेख के सड़ते है तुझे। अब 52 राजे पहाड़िए राजे औरंगजेब दिल्ली का तख्त वो मचे पे तेरे सिखां की टौर वेख के मारे कहते तू इदा कातों बनया। इन्हें बादशाह जो कोई सोहना ज्यादा होवे ते मां काला टिक्का लाउंदी नजर ना लगे, मैं तो पूरा नजर वट्टू ही बन गया। जो इन्नी गल की मारे तेरे खालसा नूं नजर ना लगे विच नजर वट्टू चाहिदा। कोठी सोहनी बनी होवे उत्ते इक बिल्ला जिहा लाया हुंदा, इदां जवाज जी कढ के डेले जे कढ के दंद जे कोठी ते टंगिया हुंदा, लिखिया दा कोई नजर वाले तेरा। कहते महाराज मैं तां ही कीता भी अज तेरा खालसा बहुत सोहना, तेरिया धियां ने दवाले बंदे, तेरिया फौजां न्यारियां ने, किते कोई पापी की नजर ना लगे। जो इन्नी गल सुनी कि गुरु गोबिंद सिंह महाराज कहते आ जा फिर जप्पी का सिख कहते महाराज रहन जो कालों लगी तुहाडा चोला एडा सोहना आसमानी रंग का इन्ना वधिया, ते महाराज साहब कहते चुप कर जा बोलना नहीं किसी। महाराज साहब कहते आ जा। वो काला शाह सी गुरु गोबिंद सिंह ने घुट के जप्पी पाई। जिदा बाबे लैणे गुरु नानक ने चिकड़ चो जो कटोरा कढ़िया सी ना, वो भी चिकड़ नाल लिपड़ गए सी। बाबे ने जप्पी पाई ते चोला सारा खराब। मेरे बाजा वाले ने भी बाबे सुथरे नूं जप्पी पाई ते चोला खराब। सारे कहते मारे चोला काला हो गया। मारे कहते लोग कपड़े वेख के प्यार करते हैं, गोबिंद सिंह सिख का दिल वेख के प्यार करता है। मैं अंदर वेख्या ना कि कितना चाहे गाड़ियां पगड़ां वालियां बीबियां ते इन्हां दे जेड़े सरदार शरीफ पा के मेरे खालसे नूं जेड़ा प्यार करदा वो ते नरकां च भी किते डिग्गा होवे ते मैं चुप के गल ना ला लूं, इह फिर मेरे कोल इन्ना प्यार मारे ने खालसे नूं कीता, ओनूं घुट के गल ना ला लिया। ते मारे कहंदे लोक सुखिए लोक आपे मिले। महाराज कहते इन्हों ने तो बाहरों रंग पाया है, बाबा सुखिया तुझे अंदरों रंगिया गया होए। मैनू बाहरले रंग की लोड़ नहीं, जिहड़ी नकली है मैनू ते अंदरों रंगे चाहिए है। ते करो कृपा समान संपूर्ण दी जिनके चोले रंगने प्यारे, जिनके चोले रंगने प्यारे, जिनके चोले
पंछी समुंदर नहीं पी सकता, सिर्फ जो घटाना प्यास बुझा सकता है। बापू गुरु गोबिंद सिंह का इतिहास वड्डा है, मेरे वर्गे अधूरे नहीं सुना सकते। आप सारे ने बापू का जस गाया। धन गुरु गोबिंद सिंह पातशाह महाराज साडे सिर ते हथ रखी, साडी सिੱਖੀ केसां दे सवासां नाल एक बेनती कह के फतेह बुलाओ। संगते अपने मां प्यो की कोठी गड्डी पुलिस सोना चांदी जो मां प्यो चल जाता आप सारा साम लेंगे। कोई चैनी पा दे, कड़ा पा दे, घड़ी दे दे, आप गिफ्ट साम लीजिए लॉकर। अखीरा मेरे सज्जन ने गिफ्ट दिता, सुनते मेरे गुरु गोबिंद सिंह की गिफ्ट साम के रखो। मारे सर के कड़ा, कशहरा, कृपान, कंगा, दाड़ा, केस के गिफ्ट दिते है। मारे कहते पुत जेडे तेरे मां प्यो के गिफ्ट है, जिस तू मर गया वो किसी होर दे हो जाने। अगलियां ने उसे ही लॉकर तोड़ देने, जिसको नहीं पैना। पुत मेरे गिफ्ट साम ली, जब मैं वादा करता है जिस दिन तेरी जान निकलूगी दरगाह तेनों मैं साम लूंगा। ये गुरु गोबिंद सिंह ने 52 हुक्म कह मारे कहते तू मेरे गिफ्ट साम ली, मेरी संगत का प्यार साम ली। जिस दिन तेन सारा पिंड इकट्ठा हो गया और पिंड के बाहर रख देगा ना बढ़िया, उस दिन बेफिक्र हो जी, उस दिन गोबिंद सिंह तेन आपे साम इनिया दातां लिखियां जी मेरे पातशाह महाराज जी ने साध संगत जी इन्हों जरूर सामभ्यो। एवें ना समझियो जिन्हों ने नहीं अमृत पान किया विसाखी वाले दिन जरूर गुरु के ढाजे करो। मेरे ख्याल आज 15 से 16 हो गया है, इन्हों की होर है 10-12 दिनों जरूर गुरु वाले बन के बाणी पढ़िया करो। गुरु साहब की बाणी क्योंकि पूरे वर्ल्ड का सर्वा किया किसी बंदे इन्होंने 50 लाख गोरे ने अमृत छक लिया। आज की तरीक 50 लाख गोरा अमृतधारी है जेडे हजरत ईसा के मुरीद ने, जिन्हों अपना प्रभु यीशु कह देते हैं। हजरत ईसा सुमीर से चढ़िया वो भी केसाधारी मेरा दादा होता तो 4.5 फुट कोई केस है, पहले इधर केस ठोकिया, फिर इधर ठोकिया, फिर मत्थे उधर का एक सूरी चढ़िया। तेरे कर्म वाले अरदास सारी कुसूरां दी भरी पई आ। फिर धर्म सारे सरकार जो ने जेड़ा जिन्हों मंनदा मने, पर बापू गुरु गोबिंद सिंह वर्गा इतिहास किसी पैगंबर का नहीं। मारे कहते राम भी रोया, कृष्ण भी रोया, रावण भी रोया, दशरथ भी रोया, राजा जनमेजय भी रोया, राजा अजय भी रोया, इंद्र भी रोया। जे कोई नहीं रोया तो मेरा गुरु गोबिंद सिंह बापू नहीं रोया। बोले